तेरी उपमा तोहे बन आवे। सुकाओ टल गुर सेव अहन सुसहज सुबा। दर्शन परसै जन्म मरण दुख होवै सिफत खसामदी। नूर अरसों पुरसों तुद डिठे सच्चे पातशाह। मल जन्म जन्म दी कटिए सच्चे पातशाह। मल जन्म जन्म दी कटिए। सतनाम श्री वाहिगुरु साहिब जीओ। वडहंस महला तीजा। घर पहला। एक ओंकार सतगुर प्रसाद। मन मैलै सब किश मैला। तन धोते मन हच्छा ना होए। एह जगत भरम भुलाया वेला बुझे कोए। जप मन मेरे तू एको नाम। सतगुर दिया मोको एहो निदान। मन मैले सब किश मैला। तन धोते मन हच्छा ना होए। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਸ਼ਬਦ ਦਰ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਆਓ ਕੁਝ ਸਮੇਂ ਲਈ ਆਪਣੇ ਮਨ ਨੂੰ ਟਿਕਾਈਏ। ਬੜੀ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਅਗੰਮੀ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। सतनाम श्री वाहिगुरु साहिब जीओ। वडहंस महला तीजा। घर पहला। एक ओंकार सतगुर प्रसाद। ਵਡਹੰਸ ਰਾਗ ਦਾ ਨਾਮ ਹੈ। ਇਸ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਤੀਜੇ ਸਰੂਪ ਨੇ। ਤੀਜੀ ਥਾਂ 'ਤੇ ਗੁਰਤਾ ਗੱਦੀ 'ਤੇ ਬੈਠੇ ਨੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ। ਪਹਿਲੇ ਘਰ ਦੇ ਅੰਦਰ ਇਸ ਰਾਗ ਨੂੰ ਸ਼ਬਦ ਨੂੰ ਗਾਉਣ ਦਾ ਹੁਕਮ ਕਰਦੇ ਨੇ। ਔਰ ਇਹ ਜੋ ਸ਼ਬਦ ਹੈ ਸਾਨੂੰ 558 ਅੰਗ ਦੇ ਉੱਪਰ ਅੱਜ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਅਕਾਲ ਪੁਰਖ ਇੱਕ ਹੈ। ਓੰਕਾਰ ਪਰਮਾਤਮਾ ਦਾ ਹੀ ਇੱਕ ਨਾਮ ਹੈ। ਉਹਦੇ ਨਾਮ ਅਨੇਕਾਂ ਨੇ ਪਰ ਉਹਦੇ ਵਿੱਚੋਂ ਓੰਕਾਰ ਇੱਕ ਉਹਦਾ ਸ਼੍ਰੋਮਣੀ ਨਾਮ ਹੈ। ਅਤੇ ਉਹ ਪਰਮਾਤਮਾ ਇੱਕ ਹੈ ਭਾਈ। ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਅਗਲਾ ਬਚਨ ਮਹਾਰਾਜ ਕਰਦੇ ਸਤਿਗੁਰ ਪ੍ਰਸਾਦ। ਜੇ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜਿਹੜਾ ਇੱਕ ਹੀ ਹੈ, ਤੈਨੂੰ ਗੁਰੂ ਦੀ ਕਿਰਪਾ ਲੈਣੀ ਪਵੇਗੀ, ਗੁਰੂ ਦੀ ਬਖਸ਼ਿਸ਼ ਲੈਣੀ ਪਵੇਗੀ, ਗੁਰੂ ਦੀ ਪ੍ਰਸੰਨਤਾ ਲੈਣੀ ਪਵੇਗੀ। ਇਹ ਮੰਗਲਾਚਰਨ ਲਿਖਿਆ ਮਹਾਰਾਜ ਜੀਆਂ ਨੇ। ਔਰ ਵਡਹੰਸ ਰਾਗ ਦੇ ਵਿੱਚ ਇਹ ਪਹਿਲਾ ਸ਼ਬਦ ਗੁਰੂ ਅਮਰਦਾਸ ਜੀਆਂ ਦਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਮਨ ਮੈਲੇ ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਿਆ ਜੇ ਤੇਰਾ ਮਨ ਮੈਲਾ ਹੈ ਨਾ, ਮਨ ਦੇ ਵਿਚਾਰ ਮੈਲੇ ਨੇ, ਮਨ ਦੇ ਸੰਕਲਪ ਮੈਲੇ ਨੇ। ਮਨ ਕੀ ਹੈ? ਮਨ ਕੋਈ ਸਾਡੇ ਅੰਦਰ ਵੱਖਰਾ ਕੋਈ ਸਰੀਰ ਦਾ ਅੰਗ ਨਹੀਂ।
ਮਨ ਕਹਿੰਦੇ ਨੇ ਜੋ ਸਾਡੇ ਅੰਦਰ ਫੁਰਨੇ ਪੈਦਾ ਹੁੰਦੇ ਉਹਨਾਂ ਨੂੰ ਮਨ ਆਖਿਆ ਜਾਂਦਾ। ਜੇ ਤੇਰੇ ਫੁਰਨੇ ਮੈਲੇ ਨੇ, ਤੇਰੇ ਵਿਚਾਰ ਹੀ ਮੈਲੇ ਨੇ, ਤੇ ਫਿਰ ਸਭ ਕੁਛ ਮੈਲਾ। ਜਿੰਨੇ ਤੂੰ ਕਰਤੱਵ ਕਰਦਾ ਪਿਆ ਤੇਰੇ ਕਰਤੱਵ ਵੀ ਸਾਰੇ ਮੈਲੇ ਹੀ ਨੇ। ਜਿੰਨੇ ਤੂੰ ਕੰਮ ਕਰਦਾ ਪਿਆ ਨਾ, ਬਾਹਰੋਂ ਤੇ ਕਹਿੰਦਾ ਵੀ ਮੈਂ ਬੜਾ ਨਹਾ ਧੋ ਕੇ ਆਇਆ, ਮੈਂ ਸੁੱਚੇ ਮੂੰਹ ਆਇਆ, ਇਹ ਕੇਵਲ ਗੱਲਾਂ ਹੀ ਨੇ ਵੀ ਨਹਾ ਧੋ ਕੇ ਤੇ ਸੁੱਚੇ ਮੂੰਹ ਆਇਆ। ਜੇ ਮਨ ਮੈਲਾ ਤੇਰੇ ਕਰਤੱਵ ਵੀ ਮੈਲੇ ਨੇ। ਤੀਰਥ ਯਾਤਰਾ ਤੇ ਜਾਂਦਾ ਪਿਆ, ਦੁਨੀਆ ਨੂੰ ਦੱਸਦਾ ਮੈਂ ਕਰਤੱਵ ਕਰਨ ਚੱਲਿਆ, ਕੰਮ ਕਰਨ ਚੱਲਿਆ। ਕਿਹੜਾ ਕੰਮ ਜੀ? ਯਾਤਰਾ ਕਰਨ ਚੱਲਿਆ, ਪਰ ਮਨ ਤੇ ਮੈਲਾ ਸੀ। ਉੱਥੇ ਜਾ ਕੇ ਵੀ ਮੈਲ ਹੀ ਕਮਾਈ ਹੈ। ਮਾੜਾ ਹੀ ਵੇਖਿਆ, ਮਾੜਾ ਹੀ ਸੁਣਿਆ, ਮਾੜਾ ਹੀ ਬੋਲਿਆ। ਕਿਉਂ ਕੀਤਾ? ਕਿਉਂਕਿ ਮਨ ਮੈਲਾ ਹੈ। ਜਿਹਨੇ ਤੈਨੂੰ ਪ੍ਰੇਰਿਆ, ਜਿਹਨੇ ਤੈਨੂੰ ਉਧਰ ਨੂੰ ਤੋਰਿਆ, ਤੇਰਾ ਮੁੱਢ ਹੀ ਖਰਾਬ ਹੈ। ਕਦੇ ਆਖਦਾ ਮੈਂ ਵਰਤ ਰੱਖਿਆ, ਵਰਤ ਰੱਖ ਲੈਂਦਾ, ਪਰ ਵਰਤ ਵਿੱਚ ਵੀ ਮੈਲ ਪਾ ਲੈਂਦਾ, ਈਰਖਾ ਰੱਖ ਲੈਂਦਾ। ਕਹਿਣ ਤੋਂ ਭਾਵ ਇਹ ਹੈ, ਤੀਰਥ ਵੀ ਕਰਦਾ ਹੈ, ਵਰਤ ਵੀ ਰੱਖਦਾ ਹੈ, ਇੱਥੋਂ ਤੱਕ ਕਿ ਸੇਵਾ ਵੀ ਕਰਦਾ ਹੈ, ਪੂਜਨ ਵੀ ਕਰ ਲੈਂਦਾ ਹੈ। ਕਰਦਾ ਤੇ ਬਹੁਤ ਕੁਝ ਹੈ, ਪਰ ਸਾਰਾ ਕੁਝ ਮੈਲ ਦੇ ਸਮੇਤ ਹੀ ਕਰਦਾ। ਮੁੱਢ ਤੋਂ ਹੀ ਮੁੱਢ ਖਰਾਬ ਹੈ। ਤੇਰੇ ਕਰਤੱਵ ਸਾਰੇ ਕੀਤੇ ਮੈਲੇ ਨੇ, ਉਹਨਾਂ ਦੇ ਵਿਚਾਰ ਮੈਲੇ ਨੇ। ਇੱਕ ਛੋਟੀ ਜਿਹੀ ਉਦਾਹਰਨ ਆਪਾਂ ਲੈ ਲਈਏ, ਪਾਣੀ ਦੀ ਟੈਂਕੀ ਹੈ ਨਾ, ਉਹਦੇ ਵਿੱਚ ਥੋੜ੍ਹਾ ਜਿਹਾ ਗੰਦ ਪੈ ਜਾਵੇ, ਮਿੱਟੀ ਪੈ ਜਾਵੇ, ਖਰਾਬ ਪਾਣੀ ਪੈ ਜਾਵੇ, ਅਤੇ ਉਸ ਟੈਂਕੀ ਤੋਂ ਜਿੰਨੇ ਤੁਸੀਂ ਭਾਂਡੇ ਭਰੋਗੇ ਨਾ, ਟੱਬ ਭਰ ਲਵੋ, ਬਾਲਟੀ ਭਰ ਲਵੋ, ਪਤੀਲਾ ਭਰ ਲਵੋ, ਜੱਗ ਭਰ ਲਵੋ, ਸਾਰਿਆਂ ਵਿੱਚ ਹੀ ਉਹ ਮੈਲ ਆਏਗੀ। ਜੱਗ ਤੇ ਮਾਂਜਿਆ ਹੋਇਆ ਸੀ, ਪਤੀਲਾ ਬਾਲਟੀ ਮਾਂਜੀ ਹੋਈ ਹੈ, ਸਾਫ਼ ਕੀਤੀ ਹੋਈ ਹੈ, ਉਹਦੇ ਵਿੱਚ ਮੈਲ ਕਿੱਥੋਂ ਆਈ ਹੈ? ਉਹ ਆਈ ਹੈ ਪਿੱਛੋਂ, ਟੈਂਕੀ ਵਿੱਚੋਂ, ਮੁੱਢ ਤੋਂ ਆਈ ਹੈ। ਕਿਉਂਕਿ ਉਹ ਟੈਂਕੀ ਵਿੱਚ ਮੈਲ ਗਾਰ ਜਿਹੜੀ ਹੈ ਨਾ, ਪੈਪ ਦੇ ਰਾਹੀਂ ਧਰਤੀ ਵਿੱਚੋਂ ਆਈ ਹੈ, ਥੱਲਿਓਂ ਆ ਰਹੀ ਹੈ, ਸਾਰਿਆਂ ਭਾਂਡਿਆਂ ਵਿੱਚ ਪੈ ਰਹੀ ਹੈ। ਅਤੇ ਅੱਜ ਆਪਾਂ ਆਮ ਹੀ ਆਖ ਦਿੰਦੇ ਪਾਣੀ ਵਿੱਚ ਸ਼ੋਰਾ ਹੈ, ਨਿੱਕੇ ਨਿੱਕੇ ਕੰਕਰ ਸੁਆਹ ਆਉਣ ਲੱਗ ਪੈਂਦੀ ਹੈ। ਇਹ ਉਦਾਹਰਨ ਹੈ ਸਮਝਣ ਵਾਸਤੇ। ਸਾਡਾ ਮਨ ਮੁੱਢ ਹੈ ਸਾਰੀਆਂ ਚੀਜ਼ਾਂ ਦਾ, ਪਰ ਜੇ ਤੇਰਾ ਮਨ ਹੀ ਮੈਲਾ ਹੈ, ਮਨ ਦੇ ਵਿੱਚ ਹੀ ਵਿਕਾਰ ਨੇ, ਕਦੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ ਹੈ, ਮਮਤਾ ਹੈ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਤੇਰੇ ਕਰਤੱਵ ਜਿਹੜੇ ਕੰਮ ਕੀਤੇ ਉਹ ਵੀ ਮੈਲੇ ਨੇ। ਕਿਉਂਕਿ ਕੰਮ ਕਰਕੇ ਤੂੰ ਰੱਬ ਨੂੰ ਨਹੀਂ ਮੰਗਣਾ, ਕੰਮ ਕਰਕੇ ਤੂੰ ਉਹ ਮੈਲ ਨੂੰ ਮੰਗਣਾ ਜਿਹੜੀ ਤੇਰੇ ਅੰਦਰ ਹੈ। ਕਦੇ ਆਖਣਾ ਮੈਨੂੰ ਆਹ ਪਦਾਰਥ ਦੇ, ਕਿਉਂਕਿ ਉਸ ਪਦਾਰਥ ਦੀ ਭੁੱਖ ਹੈ। ਕਦੇ ਤੂੰ ਕੋਈ ਕਰਤੱਵ ਕਰਕੇ ਆਖਣਾ ਮੈਨੂੰ ਆਹ ਮਿਲੇ। ਦੁਨੀਆ ਦੇ ਪਦਾਰਥ ਮੰਗੇਗਾ ਕਿਉਂਕਿ ਤੇਰੇ ਮਨ ਵਿੱਚ ਹੀ ਮੈਲ ਹੈ। ਮੈਲਾ ਮਨ ਕਦੇ ਪਰਮਾਤਮਾ ਨੂੰ ਨਹੀਂ ਮੰਗ ਸਕਦਾ। ਮੈਲਾ ਮਨ ਜਦੋਂ ਮੰਗੇਗਾ ਮੈਲੇ ਪਦਾਰਥਾਂ ਨੂੰ ਹੀ ਮੰਗੇਗਾ। ਉਹਦਾ ਕਾਰਨ ਇਹ ਹੈ ਕਿ ਤੇਰਾ ਮਨ ਮੈਲਾ ਹੈ। ਜਿੰਨਾ ਚਿਰ ਮਨ ਨਹੀਂ ਧੋਂਦਾ ਤੇਰੇ ਕਰਤੱਵ ਵੀ ਸਵੱਛ ਨਹੀਂ ਹੋਣਗੇ, ਨਿਰਮਲ ਸਾਫ਼ ਨਹੀਂ ਹੋਣਗੇ। ਤੇਰੇ ਕੰਮ ਦੇ ਵਿੱਚ ਮੰਗ ਬਣੀ ਰਹੇਗੀ, ਪਰ ਮੰਗ ਉਹਨਾਂ ਦੀ ਖਤਮ ਹੋਈ ਹੈ ਜਿਨ੍ਹਾਂ ਦਾ ਮਨ ਸਾਫ਼ ਹੋ ਗਿਆ। ਅਤੇ ਸਾਡੇ ਕੋਲ ਕਿੰਨੀਆਂ ਉਦਾਹਰਨਾਂ ਨੇ ਸਿੱਖ ਮੱਤ ਦੀਆਂ, ਸਿੱਖ ਧਰਮ ਦੀਆਂ। ਭਾਈ ਮੀਹਾਂ ਜੀ ਦੀ ਸਾਖੀ ਆਪਾਂ ਸੁਣੀ ਹੈ। ਮਹਾਰਾਜ ਨੇ ਆਖਿਆ ਮੰਗ ਕੀ ਚਾਹੀਦਾ? ਕਹਿਣ ਲੱਗਾ ਕੁਝ ਨਹੀਂ ਚਾਹੀਦਾ। ਕਾਰਨ ਕੀ ਸੀ? ਕਾਰਨ ਇਹ ਹੈ ਕਿ ਉਹਦਾ ਮਨ ਮੈਲ ਤੋਂ ਰਹਿਤ ਹੋ ਗਿਆ ਸੇਵਾ ਕਰਕੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬੰਗਲਾਦੇਸ਼ ਪਹੁੰਚੇ ਨਾ, ਬੰਗਾਲ ਦੀ ਧਰਤੀ 'ਤੇ, ਅਤੇ ਇੱਥੇ ਇੱਕ ਬਲਾਕੀ ਦਾਸ ਨਾਮ ਦਾ ਸਿੱਖ ਸੀ ਮਹਾਰਾਜ ਜੀਆਂ ਦਾ। ਸਾਖੀ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ। ਇਸ ਦੀ ਮਾਤਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੇਵਾ ਕੀਤੀ। ਇੱਥੋਂ ਤੱਕ ਕਿ ਆਪਣੇ ਘਰ ਦੇ ਵਿੱਚ ਇੱਕ ਪਲੰਘਾ ਇਸ ਨੇ ਹੱਥਾਂ ਦੇ ਨਾਲ ਬਣਾਇਆ, ਅਤੇ ਉਸ ਪਲੰਘੇ ਦੇ ਉੱਪਰ ਸੋਹਣੀਆਂ ਚਾਦਰਾਂ ਰੋਜ਼ ਬਦਲਦੀ ਹੈ। ਪਲੰਘੇ ਨੂੰ ਮੱਥਾ ਟੇਕਦੀ ਹੈ ਵੀ ਇੱਥੇ ਮੇਰੇ ਗੁਰੂ ਨੇ ਆ ਕੇ ਬੈਠਣਾ ਹੈ। ਹੁਣ ਕਿੱਥੇ ਪੰਜਾਬ ਦੀ ਧਰਤੀ ਹੈ, ਕਿੱਥੇ ਬੰਗਾਲ ਦੀ ਧਰਤੀ ਹੈ। ਉਹਦੇ ਮਨ ਵਿੱਚ ਇੰਨਾ ਭਰੋਸਾ ਸੀ ਵੀ ਮੇਰਾ ਗੁਰੂ ਮੇਰੇ ਘਰ ਜ਼ਰੂਰ ਆਏਗਾ। ਅਤੇ ਮਾਤਾ ਨੇ ਇੱਕ ਸੁੰਦਰ ਚੋਲਾ ਬਣਾਇਆ, ਆਪਣੇ ਹੱਥਾਂ ਦੇ ਨਾਲ ਰੂਈ ਕੱਤ ਕੇ ਨਾ ਚਰਖੇ ਦੇ ਉੱਪਰ ਪੂੜੀਆਂ ਬਣਾ ਕੇ, ਅਤੇ ਬੜਾ ਸੋਹਣਾ ਚੋਲਾ ਇੱਕ ਬੁਣਿਆ ਉਸ ਮਾਤਾ ਨੇ ਮਹਾਰਾਜ ਦੇ ਗਲ ਪਾਉਣ ਲਈ।
ਉਹ ਵੀ ਆਪਣੇ ਘਰ ਵਿੱਚ ਅਲਮਾਰੀ ਵਿੱਚ ਸੰਦੂਖ ਵਿੱਚ ਰੱਖਿਆ ਹੋਇਆ ਵੀ ਗੁਰੂ ਸਾਹਿਬ ਆਉਣਗੇ ਤੇ ਮੈਂ ਇਹ ਬਸਤਰ ਪਵਾਵਾਂਗੀ। ਰੋਜ਼ ਉਡੀਕਦੀ ਹੈ, ਅਰਦਾਸਾਂ ਕਰਦੀ ਹੈ, ਮਹਾਰਾਜ ਉਮਰਾਂ ਡਾਢੀ ਹੋ ਗਈ ਹੈ, ਹੁਣ ਤੇ ਸੰਸਾਰ ਤੋਂ ਜਾਣ ਦਾ ਸਮਾਂ ਹੋ ਗਿਆ, ਮੈਂ ਬਜ਼ੁਰਗ ਹੋ ਗਈ ਹਾਂ, ਕਿਰਪਾ ਕਰਕੇ ਦਰਸ਼ਨ ਬਖਸ਼ੋ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਭਾਵਨਾ ਨੂੰ ਭਾਗ ਲਾਉਣ ਲੱਗੇ, ਇਹਦੇ ਘਰ ਵਿੱਚ ਪਹੁੰਚੇ। ਉਸੇ ਪਲੰਘੇ ਤੇ ਮਾਤਾ ਨੇ ਬਿਠਾਇਆ ਤੇ ਉਹ ਆਪਣੇ ਹੱਥਾਂ ਦਾ ਬੁਣਿਆ ਹੋਇਆ ਬਸਤਰ ਮਹਾਰਾਜ ਨੂੰ ਭੇਟ ਕੀਤਾ। ਸਤਿਗੁਰੂ ਗਲ ਵਿੱਚ ਪਹਿਨੋ। ਬੜੀ ਸੇਵਾ ਕੀਤੀ ਭਾਵਨਾ ਦੇ ਨਾਲ, ਸ਼ਰਧਾ ਵੇਖ ਕੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਮਾਤਾ ਦੇ ਉੱਪਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਾਤਾ ਮੰਗ ਕੀ ਚਾਹੀਦਾ? ਜਿਹੜਾ ਪਦਾਰਥ ਮੰਗੇਗੀ ਮਿਲ ਜਾਏਗਾ। ਤੇ ਬਲਾਕੀ ਦਾਸ ਦੀ ਮਾਤਾ ਨੇ ਮੰਗਿਆ, ਕਹਿਣ ਲੱਗੀ ਜੇ ਮਹਾਰਾਜ ਦੇਣ ਹੀ ਲੱਗੇ ਹੋ ਤੇ ਫਿਰ ਇਹ ਦਿਓ ਵੀ ਮੈਨੂੰ ਰੋਜ਼ ਤੁਹਾਡੇ ਦਰਸ਼ਨ ਹੋਇਆ ਕਰਨ। ਜਿਨ੍ਹਾਂ ਦਾ ਮਨ ਸਾਫ਼ ਹੋ ਗਿਆ ਨਾ, ਉਹਨਾਂ ਦੀ ਮੰਗ ਵੀ ਸਾਫ਼ ਹੋ ਜਾਂਦੀ ਹੈ। ਜਿਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ, ਉਹਨਾਂ ਦੀਆਂ ਮੰਗਾਂ ਵੀ ਪਵਿੱਤਰ ਹੋ ਜਾਂਦੀਆਂ। ਸਾਨੂੰ ਕਦੇ ਇਹ ਨਹੀਂ ਆਖਿਆ ਰੱਬ ਨੇ ਵੀ ਮੰਗ ਕੀ ਚਾਹੀਦਾ, ਪਰ ਫਿਰ ਵੀ ਅਸੀਂ ਪਦਾਰਥ ਮੰਗਦੇ ਹਾਂ। ਜਿਨ੍ਹਾਂ ਨੂੰ ਰੱਬ ਨੇ ਆਖਿਆ ਮੰਗ ਤੈਨੂੰ ਕੀ ਚਾਹੀਦਾ, ਉਹਨਾਂ ਨੇ ਆਖਿਆ ਪਦਾਰਥ ਨਹੀਂ ਚਾਹੀਦੇ, ਮੈਨੂੰ ਪਦਾਰਥ ਦੇਣ ਵਾਲਾ ਚਾਹੀਦਾ। ਬਲਾਕੀ ਦਾਸ ਦੀ ਮਾਤਾ ਨੇ ਮੰਗਿਆ, ਕਹਿਣ ਲੱਗੀ ਮਹਾਰਾਜ ਦੇਣ ਲੱਗੇ ਹੋ ਤੇ ਤੁਹਾਡੇ ਦਰਸ਼ਨ ਰੋਜ਼ਾਨਾ ਪ੍ਰਾਪਤ ਹੋਣ। ਏਡਾ ਵੱਡੀ ਦਾਤ ਭਗਤਾਂ ਨੇ ਤੇ ਉਸ ਦਰਸ਼ਨਾਂ ਨੂੰ ਇਸ ਤਰ੍ਹਾਂ ਲਿਖਿਆ, ਸਗਲ ਭਵਨ ਕੇ ਨਾਇਕਾ ਇੱਕ ਛਿਣ, ਵੀ ਤੇਰਾ ਦਰਸ਼ਨ ਸਾਨੂੰ ਇੱਕ ਛਿਣ ਮਾਤਰ ਹੋ ਜਾਏ ਮੇਰੇ ਵਾਸਤੇ ਉਹ ਬੜਾ। ਬਲਾਕੀ ਦਾਸ ਦੀ ਮਾਤਾ ਆਖਦੀ ਮਹਾਰਾਜ ਰੋਜ਼ ਦਰਸ਼ਨ ਚਾਹੀਦੇ ਨੇ। ਕਿੰਨੀ ਉਹਦੀ ਭਗਤੀ ਤੇ ਕਿੰਨੀ ਭਾਵਨਾ ਹੋਵੇਗੀ। ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਇੱਕ ਛਿਣ ਦੇ ਦਰਸ਼ਨਾਂ ਨੂੰ ਲੋਚਦੇ ਪਏ ਨੇ। ਉਹ ਮਾਤਾ ਕਹਿੰਦੀ ਰੋਜ਼ਾਨਾ ਦਰਸ਼ਨ ਹੋਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਖੁਸ਼ ਹੋ ਕੇ ਕਹਿਣ ਲੱਗੇ, ਮਾਤਾ ਜਦੋਂ ਅੰਮ੍ਰਿਤ ਵੇਲੇ ਧਿਆਨ ਵਿੱਚ ਬੈਠਿਆ ਕਰੇਗੀ ਨਾ, ਸਿਮਰਨ ਵਿੱਚ ਬੈਠਿਆ ਕਰੇਗੀ, ਤੇਰੇ ਧਿਆਨ ਵਿੱਚ ਤੈਨੂੰ ਦਰਸ਼ਨ ਦਿਆ ਕਰਾਂਗੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਇਹ ਦਾਤ ਮਹਾਰਾਜ ਜੀ ਨੇ ਬਖਸ਼ੀ। ਸਾਖੀ ਤੋਂ ਭਾਵ ਇਹ ਸੀਗਾ, ਜਿਨ੍ਹਾਂ ਦਾ ਮਨ ਪਵਿੱਤਰ ਹੋਇਆ ਨਾ ਗੁਰੂ ਦੀ ਯਾਦ ਵਿੱਚ, ਗੁਰੂ ਦੀ ਬੰਦਗੀ ਦੇ ਵਿੱਚ, ਉਹਨਾਂ ਦੀਆਂ ਮੰਗਾਂ ਵੀ ਪਵਿੱਤਰ ਹੋ ਜਾਂਦੀਆਂ ਨੇ। ਉਹਨਾਂ ਦੇ ਸੁਪਨੇ, ਉਹਨਾਂ ਦੇ ਖਿਆਲਾਤ, ਉਹਨਾਂ ਦੇ ਵਿਚਾਰ ਵੀ ਪਵਿੱਤਰ ਹੋ ਜਾਂਦੇ। ਉਹ ਵਿਚਾਰਾਂ ਦੇ ਵਿੱਚ ਵੀ ਗੁਰੂ ਨੂੰ ਮੰਗਦੇ ਨੇ, ਫੁਰਨਿਆਂ ਦੇ ਵਿੱਚ ਵੀ ਗੁਰੂ ਨੂੰ ਮੰਗਦੇ ਨੇ। ਪਰ ਜਿਨ੍ਹਾਂ ਦੇ ਵਿਚਾਰ ਮੈਲੇ ਨੇ ਨਾ, ਜਿਨ੍ਹਾਂ ਦਾ ਮਨ ਹੀ ਮੈਲਾ, ਉਹਨਾਂ ਦੇ ਵਿਚਾਰ ਵੀ ਮੈਲੇ ਹੀ ਰਹਿੰਦੇ, ਉਹਨਾਂ ਦੇ ਕਰਤੱਵ ਵੀ ਮੈਲੇ ਰਹਿੰਦੇ, ਉਹਨਾਂ ਦੀਆਂ ਮੰਗਾਂ ਵੀ ਮੈਲੀਆਂ ਹੀ ਰਹਿੰਦੀਆਂ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬੜਾ ਵੱਡਾ ਬਚਨ ਸਾਡੀ ਝੋਲੀ ਪਾਇਆ, ਕਹਿਣ ਲੱਗੇ ਮਨ ਮੈਲੇ ਸਭ ਕੁਛ ਮੈਲਾ। ਜੇ ਤੇਰਾ ਮਨ ਹੀ ਮੈਲਾ, ਮੁੱਢ ਹੀ ਖਰਾਬ ਹੈ ਨਾ, ਫਿਰ ਤੇਰੇ ਕਰਤੱਵ ਕੀਤੇ, ਤੇਰੇ ਕੰਮ ਕੀਤੇ, ਕਰਮ ਕਾਂਡ ਕੀਤੇ, ਜਾਪ ਤਾਪ ਕੀਤੇ, ਪੂਜਾ ਪਾਠ ਕੀਤੇ, ਯਾਤਰਾਵਾਂ ਕੀਤੀਆਂ, ਰੋਜ਼ੇ ਰੱਖੇ, ਇੱਥੋਂ ਤੱਕ ਕਿ ਤੇਰੇ ਰੱਖੇ ਹੋਏ ਵਰਤ ਨੇਮ ਜਿਹੜੇ ਸਾਰੇ ਹੀ ਮੈਲੇ ਨੇ। ਕਿਉਂ? ਕਿਉਂਕਿ ਮੁੱਢ ਹੀ ਮੈਲਾ ਹੈ। ਤੇ ਉਦਾਹਰਨ ਆਪਣੇ ਸਾਹਮਣੇ ਹੈ, ਜਿਵੇਂ ਆਪਾਂ ਪਹਿਲਾਂ ਸਰਵਣ ਕੀਤੀ ਹੈ ਵੀ ਜੇ ਪੈਪ ਦੇ ਵਿੱਚ ਮੈਲ ਹੈ, ਮੁੱਢ ਵਿੱਚ ਮੈਲ ਹੈ, ਤੇ ਸਾਰੇ ਭਾਂਡਿਆਂ 'ਚ ਮੈਲ ਆਵੇਗੀ। ਜੇ ਤੇਰਾ ਮਨ ਹੀ ਮੈਲਾ ਹੈ ਤੇ ਤੇਰੇ ਸਾਰੇ ਕਰਤੱਵਾਂ ਵਿੱਚ ਮੈਲ ਹੋਵੇਗੀ। ਅੱਖਾਂ ਦੇ ਵਿੱਚ ਮੈਲ ਹੈ, ਪਰਾਇਆ ਤਨ ਤਾਂ ਸਰੀਰ ਵੇਖਣ ਦੀ, ਕੰਨਾਂ ਵਿੱਚ ਮੈਲ ਹੈ, ਪਰਾਏ ਦੀ ਨਿੰਦਿਆ ਚੁਗਲੀ ਸੁਣਨ ਦੀ, ਜ਼ੁਬਾਨ ਦੇ ਵਿੱਚ ਮੈਲ ਹੈ, ਮਾੜਾ ਬੋਲਣ ਦੀ। ਇਹ ਮੈਲਾਂ ਖਤਮ ਨਹੀਂ ਹੋਣਗੀਆਂ ਉਹਨਾਂ ਚਿਰ ਜਿੰਨਾ ਚਿਰ ਤੂੰ ਆਪਣੇ ਮਨ ਨੂੰ ਸਵੱਛ ਨਹੀਂ ਕਰਦਾ, ਸਾਫ਼ ਨਹੀਂ ਕਰਦਾ। ਤੇ ਅਗਲਾ ਬਚਨ ਮਹਾਰਾਜ ਕਹਿਣ ਲੱਗੇ, ਤਨ ਧੋਤਾ ਹੈ, ਸਰੀਰ ਨੂੰ ਧੋਣ ਦੇ ਨਾਲ ਮਨ ਹੱਛਾ ਨਾ ਹੋਏ, ਮਨ ਸ਼ੁੱਧ ਨਹੀਂ ਹੁੰਦਾ। ਸਿਆਲ ਦੇ ਦਿਨ ਚੱਲਦੇ ਪਏ ਨਾ, ਠੰਡ ਦੇ ਦਿਨ ਚੱਲਦੇ, ਤੇ ਅਸੀਂ ਕਈ ਕੱਪੜੇ ਗਲ ਵਿੱਚ ਪਾਏ ਨੇ। ਥੱਲੇ ਦੀ ਕੋਈ ਬਨੈਣ ਪਾਉਂਦਾ, ਕੋਈ ਮੋਟੀ ਥੱਲਿਓਂ ਸ਼ਰਟ ਪਾ ਲੈਂਦਾ, ਉੱਪਰ ਦੀ ਫਿਰ ਪਾਇਆ ਜਾਂਦਾ ਬਸਤਰ, ਫਿਰ ਪਾਇਆ ਜਾਂਦਾ, ਕਈ ਬਸਤਰ ਪਾਉਂਦੇ ਆ। ਪਰ ਜੇ ਕੋਈ ਬੰਦਾ ਇਹ ਗੱਲ ਕਵੇ ਵੀ ਮੈਂ ਸਭ ਤੋਂ ਉੱਪਰਲਾ ਬਸਤਰ ਲਾ ਕੇ, ਉੱਪਰਲੀ ਜੈਕਟ ਲਾ ਕੇ ਧੋ ਲਵਾਂ ਤੇ ਮੇਰੇ ਬਾਕੀ ਥੱਲੇ ਵਾਲੇ ਕੱਪੜੇ ਵੀ ਸਾਫ਼ ਹੋ ਜਾਣਗੇ, ਤੇ ਕੀ ਹੋ ਜਾਣਗੇ? ਨਹੀਂ ਹੋਣਗੇ। ਉਹ ਵੀ ਵਾਰੀ ਵਾਰੀ ਲਾ ਕੇ ਧੋਣੇ ਪੈਣਗੇ, ਤਾਂ ਬਦਬੂ ਜਾਏਗੀ, ਤਾਂ ਉਹ ਸਾਫ਼ ਹੋਣਗੇ। ਤੇ ਸਰੀਰ ਵੀ ਤੇ ਇੱਕ ਕੱਪੜਾ ਹੀ ਹੈ ਨਾ। ਅਸੀਂ ਆਖਦੇ ਵੀ ਸਰੀਰ ਨੂੰ ਧੋ ਲਈਏ ਉੱਪਰੋਂ ਉੱਪਰੋਂ, ਤੇ ਅੰਦਰੋਂ ਮਨ ਵੀ ਧੋਤਾ ਜਾਏਗਾ, ਨਹੀਂ ਉਹ ਧੋਤਾ ਜਾਣਾ।
ਸਰੀਰ ਦੇ ਉੱਪਰ 4 ਕੱਪੜੇ ਪਾਏ ਨੇ, ਚਾਰੇ ਲਾਹ ਕੇ ਧੋਣੇ ਪੈਣਗੇ ਤੇ ਸਾਫ਼ ਹੋਣਗੇ। ਉੱਪਰਲਾ ਕੱਪੜਾ ਲਾਹ ਕੇ ਧੋਣ ਦੇ ਨਾਲ ਥੱਲੇ ਵਾਲੇ 3 ਸਾਫ਼ ਨਹੀਂ ਹੋਣੇ। ਇਸੇ ਤਰ੍ਹਾਂ ਗੁਰਮੁਖਾ ਸਰੀਰ ਦਾ ਇਸ਼ਨਾਨ ਕਰਾਉਣ ਦੇ ਨਾਲ, ਟੁੱਬੀਆਂ ਮਾਰਨ ਦੇ ਨਾਲ ਮਨ ਨਹੀਂ ਉਹ ਧੋਤਾ ਜਾਣਾ। ਤਨ ਧੋਤੇ ਮਨ ਹੱਛਾ ਨਾ ਹੋਏ, ਮਨ ਸ਼ੁੱਧ ਨਹੀਂ ਹੁੰਦਾ ਸਰੀਰ ਨੂੰ ਨਵਾਉਣ ਦੇ ਨਾਲ। ਮਹਾਰਾਜ ਜੀਆਂ ਦਾ ਬਚਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਲ ਧੋਤੇ ਜੇ ਮੱਜਨ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਫਿਰ ਜੂਨੀ ਆਵੇ। ਇਸ਼ਨਾਨ ਕੀਤਿਆਂ ਮਨ ਸਾਫ਼ ਹੋਣ ਤੇ ਡੱਡੂ ਮੱਛੀਆਂ ਪਾਣੀ ਵਿੱਚ ਰਹਿੰਦੀਆਂ, ਪਰ ਗੱਲ ਇੱਥੇ ਮਨ ਸਾਫ਼ ਕਰਨ ਦੀ ਹੈ। ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਦੇ ਇਸ਼ਨਾਨ ਦੇ ਨਾਲ ਮਨ ਨੇ ਸਾਫ਼ ਨਹੀਂ ਹੋਣਾ, ਮਨ ਦਾ ਇਸ਼ਨਾਨ ਵੀ ਕਰਾਉਣਾ ਪੈਣਾ ਹੈ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਜਗਤ ਭਰਮ ਭੁਲਾਇਆ, ਵੇਲਾ ਬੂਝਾ ਕੋਏ। ਜਗਤ ਨੂੰ, ਸੰਸਾਰ ਨੂੰ ਭਰਮ ਨੇ ਭੁਲਾਇਆ। ਜਿੰਨਾ ਸੰਸਾਰ ਆਪਾਂ ਆਖਦੇ ਨਾ ਵੀ ਉਹ ਫਲਾਣਾ ਬੰਦਾ ਤੇ ਫਲਾਣੇ ਪਾਸੇ ਜਾਂਦਾ ਪਿਆ, ਉਹਦੇ ਮਗਰ 10,000 ਬੰਦਾ, ਲੱਖ ਬੰਦਾ ਜਾਂਦਾ ਪਿਆ। ਆਪਾਂ ਗਿਣਤੀ ਵਿੱਚ ਪੈਂਦੇ ਹਾਂ, ਫਲਾਣੀ ਥਾਂ ਤੇ ਇੰਨੇ ਬੰਦੇ ਗਏ, ਉਹਨਾਂ ਦੀ ਇੰਨੀ ਗਿਣਤੀ ਹੈ। ਤੇ ਉਹ ਸਾਰੇ ਜਿਹੜੇ ਨੇ ਉਹ ਮੂਰਖ ਨਹੀਂ, ਆਪਾਂ ਵੀ ਚੱਲੀਏ। ਮਹਾਰਾਜ ਕਹਿਣ ਲੱਗੇ, ਤੂੰ ਤੇ ਗਿਣਤੀ ਵਿੱਚ ਪੈ ਗਿਆ, ਅਸੀਂ ਤੇ ਮੋਟਾ ਜਿਹਾ ਬਚਨ ਤੈਨੂੰ ਇਹ ਦੱਸਦੇ ਹਾਂ ਵੀ ਇਸ ਜਗ ਨੂੰ, ਜਗਤ ਨੂੰ, ਸੰਸਾਰ ਨੂੰ ਭਰਮ ਨੇ ਭੁਲਾਇਆ ਹੋਇਆ। ਤੂੰ ਇੱਕ ਦੋਵਾਂ ਦੀ ਗੱਲ ਕਰਦਾ, ਅਸੀਂ ਪੂਰੇ ਸੰਸਾਰ ਦੀ ਗੱਲ ਕਰਦੇ ਹਾਂ ਵੀ ਸਾਰਾ ਸੰਸਾਰ ਹੀ ਭਰਮ ਵਿੱਚ ਭੁੱਲਿਆ ਹੋਇਆ। ਤੇ ਫਿਰ ਤੂੰ ਗਿਣਤੀ ਵਿੱਚ ਪੈ ਕੇ ਕੀ ਕਰੇਂਗਾ ਵੀ ਮੈਂ ਗਿਣਤੀ ਵਿੱਚ ਇਹ ਕੰਮ ਕਰਦਾ, ਇੰਨੇ ਬੰਦੇ ਇੱਥੇ ਮੇਲੇ ਤੇ ਗਏ ਨੇ, ਉਹਨਾਂ ਵੱਲ ਵੇਖ ਕੇ ਮੈਂ ਵੀ ਚਲੇ ਗਿਆ। ਉਹ ਤੇ ਵੇਖੋ ਵੇਖੀ ਦਾ ਕਰਮ ਹੈ। ਪਰ ਅਸਲ ਵਿੱਚ ਗੁਰਮੁਖਾ ਬਚਨ ਇਹ ਆ ਵੀ ਇਸ ਜਗਤ ਨੂੰ ਭਰਮ ਨੇ ਭੁਲਾਇਆ ਹੋਇਆ ਹੈ। ਭਰਮ ਦੇ ਵਿੱਚ ਭੁੱਲਿਆ ਹੋਇਆ ਸੰਸਾਰ ਜਿਹੜਾ ਹੈ ਨਾ, ਉਹ ਬੁੱਝ ਹੀ ਨਹੀਂ ਸਕਿਆ ਵੀ ਮੈਂ ਦੁਨੀਆ ਵਿੱਚ ਕਿਸ ਵਾਸਤੇ ਆਇਆ। ਬਾਜ਼ਾਰ ਦੇ ਵਿੱਚ ਅਸੀਂ ਜਾਂਦੇ ਹਾਂ, ਕੋਈ ਇੱਧਰ ਨੂੰ ਤੁਰਿਆ ਜਾਂਦਾ, ਕੋਈ ਉੱਧਰ ਨੂੰ ਤੁਰਿਆ ਜਾਂਦਾ, ਕੋਈ ਦੁਕਾਨ ਦੇ ਅੰਦਰ ਹੈ, ਕੋਈ ਬਾਹਰ ਹੈ। ਪਰ ਦੁਨੀਆ ਵਿੱਚ ਕਿਸ ਵਾਸਤੇ ਆਏ ਆ, ਦੁਨੀਆ ਦੇ ਬਾਜ਼ਾਰ ਵਿੱਚ, ਇਸ ਗੱਲ ਦੀ ਸਮਝ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਵਿਰਲਾ ਬੁੱਝਿਆ ਕੋਏ। ਦੁਨੀਆ ਤੇ ਕੋਈ ਵਿਰਲਾ ਇੱਕ ਅੱਧਾ ਗੁਰਮੁਖ ਹੀ ਹੈ ਜਿਹਨੂੰ ਇਸ ਗੱਲ ਦੀ ਸੋਝੀ ਹੋਈ ਹੈ, ਜਿਹਨੂੰ ਗਿਆਨ ਹੋਇਆ ਵੀ ਮੈਂ ਦੁਨੀਆ ਵਿੱਚ ਕਾਹਦੇ ਵਾਸਤੇ ਆਇਆ, ਮੈਂ ਕਿਉਂ ਆਇਆ ਸੰਸਾਰ ਵਿੱਚ। ਕਦੇ ਸਵਾਲ ਕੀਤਾ ਵੀ ਮੈਂ ਆਇਆ ਕਾਹਦੇ ਲਈ ਆ, ਮੈਨੂੰ ਜਨਮ ਕਿਉਂ ਮਿਲਿਆ ਹੈ, ਮੈਨੂੰ ਇਹ ਮਨੁੱਖਾ ਜਨਮ ਕਿਉਂ ਮਿਲਿਆ ਹੈ, ਕਾਹਦੇ ਵਾਸਤੇ ਆਇਆ ਦੁਨੀਆ ਤੋਂ। ਕਦੇ ਸਵਾਲ ਆਪਣੇ ਆਪ ਨੂੰ ਕੀਤਾ ਹੀ ਨਹੀਂ। ਅਸੀਂ ਤੇ ਕੇਵਲ ਇਸੇ ਵਾਸਤੇ ਆਏ ਹਾਂ, ਭੋਜਨ ਛਕ ਲਿਆ, ਦੁਨੀਆ ਦੇ ਰੰਗ ਤਮਾਸ਼ੇ ਵੇਖ ਲੈ, ਸੋਹਣੇ ਸੋਹਣੇ ਬਸਤਰ ਗਲ ਵਿੱਚ ਪਾ ਲੈ, ਦੁਨੀਆ ਦੇ ਇਲਾਕਿਆਂ ਦਾ ਸੈਰ ਸਪਾਟਾ ਕਰ ਲਿਆ, ਬਸ ਸਾਡੀ ਜ਼ਿੰਦਗੀ ਹੋਈ ਹੈ। ਪਰ ਜਿਸ ਕੰਮ ਵਾਸਤੇ ਆਏ ਉਹ ਕੰਮ ਕੀਤਾ ਨਹੀਂ। ਮਹਾਰਾਜ ਜੀਆਂ ਦਾ ਬਚਨ ਹੈ, ਆਇਓ ਪੜਨ ਸੁਨਨ ਕੋ ਬਾਣੀ। ਤੂੰ ਦੁਨੀਆ ਵਿੱਚ ਆਇਆ ਸੀ, ਆਇਓ ਸੁਨਨ ਪੜਨ ਕੋ ਬਾਣੀ। ਬਾਣੀ ਸੁਣਨ ਵਾਸਤੇ, ਨਾਮ ਨੂੰ ਸੁਣਨ ਵਾਸਤੇ, ਨਾਮ ਨੂੰ ਜਪਣ ਵਾਸਤੇ ਆਇਆ, ਪਰ ਉਹ ਕਰਮ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹੋ ਜਗਤ ਭਰਮ ਭੁਲਾਇਆ। ਇਹ ਸੰਸਾਰ ਨੂੰ, ਜਗਤ ਨੂੰ ਭਰਮ ਨੇ ਇਹੋ ਜਿਹਾ ਭੁਲਾਇਆ ਹੋਇਆ। ਵਿਰਲਾ ਬੂਝਿਆ ਕੋਏ। ਮੈਂ ਕਾਹਦੇ ਵਾਸਤੇ ਦੁਨੀਆ 'ਤੇ ਆਇਆ, ਇਸ ਗੱਲ ਨੂੰ ਕਿਸੇ ਵਿਰਲੇ ਨੇ ਜਾਣਿਆ। ਏਕ ਆਦ ਨਾਏ ਰਸੀੜਾ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਦੇ ਵਿੱਚ ਇੱਕ ਅੱਧਾ ਆਦਮੀ ਹੈ ਜਿਹੜਾ ਨਾਮ ਦਾ ਰਸੀਆ ਹੈ, ਜਿਹੜਾ ਨਾਮ ਦਾ ਰਸ ਲੈਂਦਾ ਪਿਆ, ਬਾਕੀ ਤੇ ਐਵੇਂ ਤੁਰੇ ਫਿਰਦੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਨਾਵੇਂ ਪਾਤਸ਼ਾਹ ਦੀ ਬਾਣੀ ਸਲੋਕਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਵਿਰਲਾ ਬੁੱਝਿਆ ਕੋਏ। ਕੋਈ ਵਿਰਲਾ ਹੀ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਕੋਈ ਵਿਰਲਾ ਹੀ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਜਾਣਦਾ ਹੈ। ਜਪ ਮਨ ਮੇਰੇ ਤੂੰ ਏਕੋ ਨਾਮ। ਇਹ ਮੇਰਿਆ ਮਨਾ, ਇੱਕੋ ਇੱਕ ਕੰਮ ਕਰ, ਇੱਕੋ ਹੀ ਕੰਮ ਕਰਨਾ ਹੈ। ਕਿਹੜਾ ਕੰਮ ਕਰਨਾ ਹੈ? ਪਰਮੇਸ਼ਰ ਦਾ ਨਾਮ ਜਪ। ਜਦੋਂ ਕਿਸੇ ਨੂੰ ਅਸੀਂ ਵਿਸ਼ੇਸ਼ ਕੰਮ 'ਤੇ ਭੇਜਣਾ ਹੋਵੇ ਨਾ, ਤੇ ਅਗਲਾ ਜਾਣ ਵਾਲਾ ਕਹਿੰਦਾ ਮੈਂ ਉੱਧਰ ਨੂੰ ਚੱਲਿਆ, ਹੋਰ ਵੀ ਕੰਮ ਹੈਗਾ ਤੇ ਦੱਸ ਦਿਓ। ਆਮ ਹੀ ਆਪਣੀ ਜ਼ਿੰਦਗੀ ਵਿੱਚ ਇਹ ਸਵਾਲ ਹੁੰਦਾ ਨਾ। ਅਸੀਂ ਆਪਣੇ ਬੱਚੇ ਨੂੰ ਭੇਜਣਾ ਹੋਵੇ ਕਿਸੇ ਕੰਮ ਵਾਸਤੇ, ਉਹਨੇ ਦੂਰ ਜਾਣਾ ਹੋਵੇ, ਤੇ ਉਹ ਬੱਚਾ ਅੱਗੋਂ ਇਹ ਸਵਾਲ ਕਰ ਦਿੰਦਾ, ਜਾਂ ਸਾਡੇ ਪਰਿਵਾਰ ਦਾ ਮੈਂਬਰ ਵੀ, ਮੈਂ ਉੱਧਰ ਨੂੰ ਚੱਲਿਆ ਹਾਂ, ਉੱਥੇ ਆਪਣਾ ਫਲਾਣਾ ਰਿਸ਼ਤੇਦਾਰ ਵੀ ਹੈ, ਉਹ ਵੀ ਰਿਸ਼ਤੇਦਾਰੀ ਹੈ, ਉੱਥੇ ਆਪਣੀ ਜਾਣ ਪਛਾਣ ਹੈ, ਕਿ ਉੱਥੇ ਨਹੀਂ ਜਾਣਾ।
ਜੇ ਕੋਈ ਉਹਨਾਂ ਨੂੰ ਸੁਨੇਹਾ ਦੇਣਾ ਕੋਈ ਕੰਮ ਹੈ ਤਾਂ ਉਹ ਵੀ ਦੱਸ ਦਿਓ, ਮੈਂ ਕਰ ਰਿਹਾ ਵਾਂ। ਤੇ ਫਿਰ ਸਿਆਣੇ ਘਰ ਦਾ ਮੈਂਬਰ ਜਿਹੜਾ ਹੁੰਦਾ ਨਾ ਉਹ ਸਮਝਾਉਂਦਾ, ਕਹਿਣ ਲੱਗਾ ਨਹੀਂ ਪੁੱਤਰਾ, ਜਿਹੜੇ ਕੰਮ ਤੈਨੂੰ ਭੇਜਣ ਲੱਗੇ ਆ ਨਾ ਇਹ ਜ਼ਰੂਰੀ ਆ, ਪਹਿਲਾਂ ਇਹ ਕਰਕੇ ਆ, ਬਾਕੀ ਦੇ ਬਾਅਦ ਵਿੱਚ ਦੱਸਾਂਗੇ। ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ ਉਹ ਬਾਅਦ ਵਿੱਚ, ਪਰ ਆਹ ਜ਼ਰੂਰੀ ਕੰਮ ਇਹ ਕਰ। ਅਸੀਂ ਆਮ ਹੀ ਜ਼ਿੰਦਗੀ ਵਿੱਚ ਇਹ ਬਚਨ ਵਰਤਦੇ ਹਾਂ ਵੀ ਆਹ ਕੰਮ ਜ਼ਰੂਰੀ ਹੈ, ਇੱਕ ਕੰਮ ਜ਼ਰੂਰੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਪ ਮਨ ਮੇਰੇ ਤੂੰ ਏਕੋ ਨਾਮ। ਬੰਦਿਆ, ਦੁਨੀਆ ਵਿੱਚ ਆਇਆ, ਇੱਕ ਕੰਮ ਤੇਰਾ ਬੜਾ ਹੀ ਜ਼ਰੂਰੀ ਹੈ ਦੂਜਿਆਂ ਦੇ ਨਾਲ। ਮਹਾਰਾਜ ਉਹ ਕਿਹੜਾ ਹੈ? ਕਹਿੰਦੇ ਜਪ ਨਾਮ, ਆਪਣੇ ਮਨ ਕਰਕੇ ਨਾਮ ਨੂੰ ਜਪ, ਇਹ ਹੈ ਜ਼ਰੂਰੀ ਕੰਮ। ਬਾਕੀ ਕੰਮ ਬਾਅਦ ਵਿੱਚ ਵੇਖਾਂਗੇ ਹੁੰਦੇ ਕਿ ਨਹੀਂ ਹੁੰਦੇ। ਇਹ ਬੜਾ ਵੱਡਾ ਬਚਨ ਅੱਜ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੀ ਝੋਲੀ ਪਾਇਆ। ਕਹਿਣ ਲੱਗੇ ਇੱਕ ਕੰਮ ਬੜਾ ਜ਼ਰੂਰੀ ਹੈ ਜਿਹਦੇ ਵਾਸਤੇ ਮਨੁੱਖਾ ਜਨਮ ਲੈ ਕੇ ਤੁਰਿਆ, ਜੇ ਉਹ ਕੰਮ ਹੀ ਨਾ ਕੀਤਾ ਤੇ ਜਨਮ ਨੂੰ ਕੀ ਕਰੇਗਾ? ਉਹ ਕੰਮ ਕਿਹੜਾ ਹੈ? ਕੇਵਲ ਨਾਮ ਜਪਣਾ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਜਪਣ ਦੀ ਗੱਲ ਹੁੰਦੀ ਹੈ, ਕਿਉਂਕਿ ਨਾਮ ਜਪੇ ਬਿਨਾਂ ਮੁਕਤੀ ਨਹੀਂ ਹੋਣੀ। ਤੇ ਸਤਿਗੁਰੂ ਤੈਨੂੰ ਮੁਕਤ ਕਰਨਾ ਚਾਹੁੰਦੇ ਹਨ। ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਸਤਿਗੁਰੂ ਪ੍ਰਸੰਨ ਹੁੰਦੇ, ਇਹ ਫਿਰ ਖਜ਼ਾਨਾ ਮਹਾਰਾਜ ਉਹਨਾਂ ਨੂੰ ਬਖਸ਼ਦੇ ਨੇ। ਇਹ ਖਜ਼ਾਨਾ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਤੇ ਉਹ ਪ੍ਰਸੰਨ ਹੁੰਦੇ। ਨਾਮ ਦਾ ਖਜ਼ਾਨਾ ਐਵੇਂ ਥੋੜ੍ਹੀ ਮਿਲ ਜਾਂਦਾ। ਸਤਿਗੁਰ ਦੀਆ, ਇਹ ਸਤਿਗੁਰਾਂ ਨੇ ਦਿੱਤਾ ਹੈ ਜਾਂ ਦੇਣਾ ਹੈ। ਮੋਕੋ ਇਹੋ ਨਿਧਾਨ, ਨਿਧਾਨ ਖਜ਼ਾਨੇ ਨੂੰ ਕਹਿੰਦੇ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਇਹ ਨਾਮ ਦਾ ਖਜ਼ਾਨਾ ਸਾਨੂੰ ਸਤਿਗੁਰੂ ਅੰਗਦ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਆਖਿਆ, ਗੁਰੂ ਅਮਰਦਾਸ ਜੀ ਅੱਜ ਤੋਂ ਤੁਸੀਂ ਸੰਸਾਰ ਦੇ ਮਾਲਕ ਹੋ, ਗੁਰਤਾ ਗੱਦੀ ਅੱਜ ਤੁਹਾਡੇ ਕੋਲ ਹੈ, ਸਾਰੇ ਖਜ਼ਾਨੇ ਤੁਹਾਡੇ ਕੋਲ ਨੇ। 5 ਪੈਸੇ ਰੱਖੇ, ਮੱਥਾ ਟੇਕਿਆ, ਸਾਰੇ ਖਜ਼ਾਨੇ। ਤੇ ਦੁਨੀਆ ਦੇ ਖਜ਼ਾਨਿਆਂ ਵਿੱਚੋਂ ਫਿਰ ਨਾਮ ਦਾ ਖਜ਼ਾਨਾ ਵੀ ਬਖਸ਼ਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਨਾਮ ਦਾ ਖਜ਼ਾਨਾ ਜਿਹੜਾ ਅਸੀਂ ਵੰਡਦੇ ਪਏ ਨਾ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇਹ ਸਾਨੂੰ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਆ ਹੈ। ਰਹਾਓ ਸਿੱਧਾ ਕੇ ਆਸਣ ਜੇ ਸਿਖਾਏ, ਇੰਦਰੀ ਵਸ ਕਰ ਕਮਾਏ। ਦੁਨੀਆ ਦੇ ਵਿੱਚ ਲੋਕਾਂ ਨੇ 84 ਸਿੱਧਾਂ ਦੀ ਗਿਣਤੀ ਕੀਤੀ ਹੈ ਵੀ 84 ਸਿੱਧ ਪੁਰਸ਼ ਹੋਏ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੁਧਿਆ। ਵਿਦਵਾਨਾਂ ਦਾ ਕਥਨ ਹੈ ਵੀ ਦੁਨੀਆ ਦੇ ਵਿੱਚ ਇੱਕ ਸਤਿਯੁਗ ਦੇ ਵਿੱਚ ਇੱਕ ਰਿਖੀ ਹੋਇਆ, ਜਿਸ ਰਿਖੀ ਨੂੰ ਦੁਨੀਆ ਨੇ ਬੜੇ ਵੱਡੇ ਨਾਮ ਦੇ ਨਾਲ ਪ੍ਰਚਾਰਿਆ ਤੇ ਉਸ ਨੂੰ ਸੁਖਦੇਵ ਰਿਖੀ ਆਖਿਆ ਜਾਂਦਾ। ਕਹਿਣ ਲੱਗੇ ਜਦੋਂ ਇਸ ਰਿਖੀ ਦਾ ਬੱਚੇ ਦੇ ਰੂਪ ਦੇ ਵਿੱਚ ਜਨਮ ਹੋਣਾ ਸੀ, ਇਹਨੇ ਜਨਮ ਲੈਣ ਤੋਂ ਨਾ ਕਰ ਦਿੱਤੀ। ਵਿਦਵਾਨਾਂ ਦਾ ਗ੍ਰੰਥਾਂ ਵਿੱਚ ਕਥਨ ਹੈ ਵੀ ਇਹਨੇ ਆਖਿਆ ਮੈਂ ਜਨਮ ਨਹੀਂ ਲੈਣਾ। ਤੇ ਪੁੱਛਿਆ ਵੀ ਜਨਮ ਕਿਉਂ ਨਹੀਂ ਲੈਣਾ? ਕਹਿਣ ਲੱਗਾ ਵੀ ਬਾਹਰ ਮਾਇਆ ਵਰਤਦੀ ਪਈ ਹੈ, ਬਾਹਰ ਨਿਕਲਾਂਗਾ ਸਰੀਰ ਦੇ ਵਿੱਚੋਂ, ਇੱਥੇ ਤੇ ਮਾਂ ਦੇ ਪੇਟ ਦੇ ਵਿੱਚ ਆ, ਮੈਂ ਨਾਮ ਜਪਦਾ ਪਿਆ, ਜਦੋਂ ਇਹ ਸਰੀਰ ਨੂੰ ਛੱਡ ਕੇ ਬਾਹਰ ਨਿਕਲਾਂਗਾ, ਦੁਨੀਆ ਤੇ ਜਾਵਾਂਗਾ, ਰੱਬ ਦੀ ਮਾਇਆ ਵਿਆਪਦੀ ਪਈ ਹੈ, ਮੈਨੂੰ ਤੇ ਰੱਬ ਦਾ ਨਾਮ ਭੁੱਲ ਜਾਣਾ। ਸ਼ਰਤ ਰੱਖ ਕੇ ਬੈਠ ਗਿਆ ਵੀ ਮੈਂ ਦੁਨੀਆ ਤੇ ਨਹੀਂ ਜਾਣਾ, ਪੇਟ ਚੋਂ ਬਾਹਰ ਨਹੀਂ ਨਿਕਲਣਾ। ਤੇ ਫਿਰ ਇਸ ਨੂੰ ਦੁਨੀਆ ਤੇ ਲਿਆਉਣ ਵਾਸਤੇ ਕਹਿੰਦੇ ਇੱਕ ਛਿਨ ਵਾਸਤੇ ਨਾ ਰੱਬ ਨੂੰ ਮਾਇਆ ਰੋਕਣੀ ਪਈ ਵੀ ਜਦੋਂ ਤੂੰ ਦੁਨੀਆ ਤੇ ਜਾਣਾ ਇੱਕ ਛਿਨ ਵਾਸਤੇ ਮਾਇਆ ਰੋਕ ਦਿੰਦੇ ਆ, ਤੈਨੂੰ ਨਹੀਂ ਵਿਆਪੇਗੀ। ਕਹਿਣ ਲੱਗੇ ਜਦੋਂ ਸੁਖਦੇਵ ਦਾ ਜਨਮ ਹੋਇਆ ਤੇ ਇੱਕ ਛਿਨ ਵਾਸਤੇ ਮਾਇਆ ਦੇ ਪ੍ਰਕੋਪ ਨੂੰ ਰੋਕਿਆ ਗਿਆ ਤਾਂ ਕਿ ਇਹ ਜਨਮ ਲੈ ਲਵੇ। ਜਦੋਂ ਇਸ ਸੁਖਦੇਵ ਦਾ ਜਨਮ ਹੋਇਆ ਤੇ ਇਹਦੇ ਨਾਲ ਨਾਲ ਜਿਹੜੇ ਦੁਨੀਆ ਤੇ ਹੋਰ ਬੱਚੇ ਉਸੇ ਸਮੇਂ ਪੈਦਾ ਹੋਏ, ਉਹ 84 ਸਿੱਧ ਬਣੇ, ਸਿੱਧ ਪੁਰਸ਼ ਬਣ ਗਏ ਉਹ। ਕਿਉਂਕਿ ਇਕੱਲੇ ਸੁਖਦੇਵ ਦੀ ਮਾਂ ਨੇ ਥੋੜ੍ਹਾ ਇਹਨੂੰ ਜਨਮ ਦੇਣਾ, ਹੋਰ ਵੀ ਤੇ ਮਾਤਾਵਾਂ ਹੋਣਗੀਆਂ ਨਾ ਜਿਨ੍ਹਾਂ ਦੇ ਗਰਭ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦੇਣਾ। ਜਨਮ ਦਿੱਤੇ ਗਏ, 84 ਬੱਚੇ ਪੈਦਾ ਹੋਏ, ਸਿੱਧ ਪੁਰਸ਼ ਬਣ ਗਏ। ਉਹਨੇ ਸਿੱਧਾਂ ਨੇ ਬੜਾ ਤਪ ਕੀਤਾ, ਸਭ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਮਹਾਰਾਜ ਨੇ ਬਚਨ ਵੀ ਲਿਖਿਆ। ਉਹਨਾਂ ਸਿੱਧਾਂ 84 ਨੇ 84 ਆਸਣ ਲਾਉਣੇ ਦੁਨੀਆ ਵਿੱਚ ਪ੍ਰਚਲਿਤ ਕੀਤੇ। ਆਪਣੇ ਸਰੀਰ ਨੂੰ ਕਿਸ ਤਰੀਕੇ ਦੇ ਨਾਲ ਬਿਠਾਉਣਾ ਹੈ, ਇਹਨੂੰ ਆਸਣ ਆਖਿਆ ਜਾਂਦਾ। ਆਸਣ ਦੱਸੇ ਵੀ ਚੌਂਕੜਾ ਮਾਰ ਕੇ ਕਿਵੇਂ ਬੈਠਣਾ। ਤੁਸੀਂ ਵੇਖਦੇ ਹੋ ਅੱਜ ਵੀ ਕਈ ਜੋਗੀ ਸਾਧੂ, ਕੋਈ ਰੁੱਖ 'ਤੇ ਪੁੱਠਾ ਲੜਕਿਆ, ਕੋਈ ਖੂਹ ਵਿੱਚ ਲੜਕਿਆ ਬੈਠਾ, ਕੋਈ ਕਿਵੇਂ ਹੋ ਕੇ ਬੈਠਾ, ਕੋਈ ਕਿਵੇਂ ਹੋ ਕੇ ਬੈਠਾ, ਉਹ ਸਾਰੇ ਆਸਣ ਹੀ ਨੇ।
ਤੇ ਉਹ ਵੱਖੋ ਵੱਖਰੇ ਆਸਨ ਜਿਹੜੇ ਨੇ, ਇੱਕ ਲੱਤ 'ਤੇ ਖਲੋ ਜਾਣਾ, ਆਪਣੇ ਪੈਰਾਂ ਦੇ ਅੰਗੂਠੇ ਜਾਂ ਪੈਰਾਂ ਦੀਆਂ ਉਂਗਲਾਂ ਦੇ ਭਾਰ ਖਲੋਣਾ, ਅੱਡੀਆਂ ਚੁੱਕ ਲੈਣੀਆਂ, ਜਾਂ ਗੋਡੇ ਮੂਧੇ ਮਾਰ ਕੇ ਬੈਠਣਾ। ਸਾਰੇ ਆਸਨ ਸਨ ਤੇ 84 ਆਸਨ ਉਹਨਾਂ ਨੇ ਦੁਨੀਆ ਵਿੱਚ ਪ੍ਰਚਲਿਤ ਕੀਤੇ। ਪਰ 84 ਆਸਨਾਂ ਵਿੱਚੋਂ 2 ਆਸਨ ਬੜੇ ਪ੍ਰਸਿੱਧ ਹੋਏ, ਮਸ਼ਹੂਰ ਹੋਏ। ਇੱਕ ਹੈ ਪਦਮਾਸਨ, ਦੂਜਾ ਹੈ ਸਿੱਧ ਆਸਨ। ਪਦਮਾਸਨ ਜਿਹੜਾ ਆਪਾਂ ਬੈਠਦੇ ਹਾਂ ਚੌਂਕੜਾ ਮਾਰ ਕੇ, ਇੱਕ ਗੋਡਾ ਥੱਲੇ ਫਿਰ ਦੂਜਾ ਉੱਪਰ ਹੈ, ਉਸ ਨੂੰ ਕਹਿੰਦੇ ਪਦਮਾਸਨ। ਇੱਕ ਹੁੰਦਾ ਸਿੱਧ ਆਸਨ, ਗੋਡੇ ਬਦਲ ਕੇ ਸੱਜੇ ਉੱਪਰ ਖੱਬਾ, ਖੱਬੇ ਉੱਪਰ ਸੱਜਾ ਰੱਖ ਕੇ ਬੈਠਣਾ, ਉਹਨੂੰ ਸਿੱਧ ਆਸਨ ਆਖਿਆ ਜਾਂਦਾ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਵੀ ਸਿੱਧਾਂ ਕੇ ਆਸਨ ਜੇ ਸਿੱਖੈ, ਭਾਵੇਂ ਪਦਮਾਸਨ ਸਿੱਖ ਲਾ, ਭਾਵੇਂ ਸਿੱਧ ਆਸਨ ਸਿੱਖ ਲਾ, ਭਾਵੇਂ ਜਿਹੜੇ 84 ਆਸਨ ਉਹਨਾਂ ਨੇ ਬਣਾਏ ਨੇ, ਰੁੱਖਾਂ ਦੇ ਨਾਲ ਪੁੱਠਾ ਲਟਕਣਾ, ਖੂਹਾਂ ਵਿੱਚ ਲਟਕਣਾ, ਪੱਬਾਂ ਦੇ ਭਾਰ ਖੜ੍ਹੇ ਹੋਣਾ, ਬਾਹਾਂ ਉੱਪਰ ਨੂੰ ਕਰਕੇ ਖੜ੍ਹੇ ਹੋਣਾ, ਇਹ ਸਾਰੇ ਭਾਵੇਂ ਸਿੱਖ ਲਾ, ਭਾਵੇਂ ਧਰਤੀ 'ਤੇ ਸਿਰ ਲਾ ਕੇ ਤੇ ਲੱਤਾਂ ਉੱਪਰ ਨੂੰ ਕਰ ਲਾ, ਇਹ ਸਾਰੇ ਸਿੱਧਾਂ ਦੇ ਪੈਦਾ ਕੀਤੇ ਆਸਨ ਤੂੰ ਸਿੱਖ ਲੈ। ਤੇ ਪਾਤਸ਼ਾਹ ਕਹਿਣ ਲੱਗੇ ਇੰਦਰੀ ਵਸ ਕਰ ਕਰਮ ਕਮਾਏ। ਫਿਰ ਇੰਦਰੀਆਂ ਵੀ ਵਸ ਕਰ ਲੀਆਂ। ਵੇਖਿਓ ਇੱਥੋਂ ਤੱਕ ਪਹੁੰਚ ਗਿਆ ਵੀ ਆਸਨ ਵੀ ਲਾ ਲੈ ਔਰ ਸਰੀਰ ਦੀਆਂ ਇੰਦਰੀਆਂ, ਅੱਖਾਂ ਵੀ ਵਸ ਵਿੱਚ ਕਰ ਲੀਆਂ, ਵੀ ਮੈਂ ਅੱਖਾਂ ਨਾਲ ਵੇਖਣਾ ਹੀ ਨਹੀਂ, ਬੰਦ ਹੀ ਕਰ ਲਈਆਂ, ਕੰਨਾਂ ਨਾਲ ਸੁਣਨਾ ਨਹੀਂ। ਪਹਾੜ 'ਤੇ ਚੜ੍ਹ ਜਾਵਾਂ, ਉੱਥੇ ਕਿਹੜਾ ਕੋਈ ਮੈਨੂੰ ਸੁਣਾਉਣ ਆਏਗਾ। ਇੱਥੇ ਤਾਂ ਆਪਾਂ ਰਹਿੰਦੇ ਹਾਂ ਨਾ, ਰਿਹਾਇਸ਼ ਦੇ ਵਿੱਚ ਲੋਕ ਨੇ, ਤੇ ਲੋਕਾਂ ਦੇ ਵਿੱਚ ਆਪਣਾ ਬਹਿਣਾ ਉੱਠਣਾ, ਗੱਲਾਂ ਬਾਤਾਂ ਸੁਣਨੀਆਂ ਹੁੰਦੀਆਂ। ਪਰ ਜਿਹੜਾ ਪਹਾੜ 'ਤੇ ਚੜ੍ਹ ਜਾਵੇ, ਉੱਥੇ ਉਹਨੂੰ ਗੱਲ ਸੁਣਾਉਣ ਕੌਣ ਜਾਏਗਾ? ਨਾ ਉਹਨੂੰ ਕੋਈ ਸੁਣਾਉਣ ਜਾਏ, ਨਾ ਉਹਨੂੰ ਬੋਲਣਾ ਪਵੇ। ਸਿੱਧਾਂ ਨੇ ਪਰਬਤਾਂ 'ਤੇ ਜਾ ਕੇ ਅੱਖਾਂ ਬੰਦ ਕੀਤੀਆਂ ਵੀ ਅਸੀਂ ਵੇਖਣਾ ਕੁਝ ਨਹੀਂ ਹੈ, ਨਾ ਇੱਥੇ ਕੋਈ ਆਵੇ, ਨਾ ਸਾਨੂੰ ਕੋਈ ਗੱਲ ਸੁਣਾਵੇ, ਨਾ ਸਾਨੂੰ ਬੋਲਣਾ ਪਵੇ। ਕਰਤੇ ਸਭ ਕੁਝ ਲਿਆ, ਇੰਦਰੀਆਂ ਵਸ ਵਿੱਚ ਕਰ ਲਈਆਂ। ਕਰਮ ਕਮਾਏ, ਤੇ ਫਿਰ ਕਰਮ ਵੀ ਪੂਰੇ ਕਮਾਏ, ਕਰਮ ਵੀ ਪੂਰੇ ਕੀਤੇ। ਭੋਜਨ ਛਕਣ ਦਾ ਤਰੀਕਾ, ਪਾਣੀ ਪੀਣ ਦਾ ਤਰੀਕਾ, ਹੋਰ ਵੀ ਜਿਹੜੇ ਕਰਮ ਸਨ, ਸ਼ੁਭ ਕਰਮ ਉਹਨਾਂ ਨੂੰ ਲੱਗੇ, ਉਹ ਵੀ ਕਰ ਲੈ। ਪਰ ਪਾਤਸ਼ਾਹ ਕਹਿੰਦੇ ਹਨ ਮਨ ਕੀ ਮੈਲ ਨਾ ਉਤਰੈ, ਹਉ ਮੈਂ ਮੈਲ ਨਾ ਜਾਏ। ਇਹ ਕੁਝ ਕਰਨ ਦੇ ਨਾਲ ਵੀ ਮਨ ਦੀ ਮੈਲ ਨਹੀਂ ਉਤਰੀ। ਅਸੀਂ ਕਿੱਥੋਂ ਪਹਾੜ 'ਤੇ ਚੜ੍ਹ ਜਾਵਾਂਗੇ? ਅਸੀਂ ਤਾਂ ਯਾਤਰਾ ਕਰਨ ਜਾਣਾ ਹੋਵੇ ਤੇ ਉੱਥੇ ਖੋਤਾ ਘੋੜਾ ਲੱਭਦੇ ਰਹੀਦਾ ਵੀ ਇੱਕ ਵਾਰੀ ਉੱਤੇ ਚੜ੍ਹਨਾ, ਕਿਸੇ ਤਰੀਕੇ ਨਾਲ ਚੜ੍ਹੀਏ ਤੇ ਫਿਰ ਥੱਲੇ ਉਤਰ ਕੇ ਘਰ ਨੂੰ ਆਈਏ। ਪਰ ਸਿੱਧ 'ਤੇ ਰਹਿ ਪਹਾੜਾਂ ਦੇ ਉੱਪਰ ਅੱਖਾਂ ਬੰਦ ਕਰਕੇ, ਕੰਨ ਬੰਦ ਕਰ ਛੱਡੇ, ਜ਼ੁਬਾਨ ਨੂੰ ਬੰਦ ਕਰ ਛੱਡਿਆ, ਇਹ ਸਭ ਕੁਝ ਕੀਤਾ। ਪਰ ਪਾਤਸ਼ਾਹ ਕਹਿੰਦੇ ਫਿਰ ਵੀ ਮਨ ਦੀ ਮੈਲ ਕੋਈ ਨਹੀਂ ਉਤਰੀ ਉਹਨਾਂ ਦੇ। ਤੇ ਆਪਾਂ ਵੇਖਦੇ ਨਹੀਂ ਕਿੰਨੇ ਕਿੰਨੇ ਗੋਪੀਨਾਥ ਵਰਗੇ, ਘੁੱਗੂਨਾਥ ਵਰਗੇ ਈਰਖਾ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਨਾਲ ਲੜਦੇ ਰਹੇ, ਝਗੜਦੇ ਰਹੇ, ਕਲੇਸ਼ ਕਰਦੇ ਰਹੇ। ਇੱਥੇ ਹੀ ਬਸ ਨਹੀਂ, ਜੇ ਮਹਾਰਾਜ ਕਿਤੇ ਚਲੇ ਜਾਂਦੇ ਸਨ ਅਚਲ ਬਟਾਲੇ ਦੀ ਧਰਤੀ 'ਤੇ, ਉੱਥੇ ਜਾ ਕੇ ਵੀ ਇਹਨਾਂ ਨੇ ਸ਼ਕਤੀਆਂ ਵਿਖਾ ਵਿਖਾ ਕੇ ਡਰਾਉਣਾ ਹੀ ਕੀਤਾ ਵੀ ਡਰ ਕੇ ਭੱਜ ਜਾਵੇ, ਸਾਡੀ ਪੂਜਾ ਹੋਵੇ। ਮਹਾਰਾਜ ਕਹਿਣ ਲੱਗੇ ਮਨ ਏਡਾ ਪਾਪੀ ਹੈ, ਸਿੱਧਾਂ ਦੇ ਕੋਲੋਂ ਵਸ ਵਿੱਚ ਨਹੀਂ ਆਇਆ। ਸਿੱਧਾਂ ਨੂੰ ਵੀ ਅੱਗੇ ਲਾਈ ਫਿਰਿਆ ਇਹ ਮਨ, ਜਿਨ੍ਹਾਂ ਨੂੰ 84 ਆਸਨ ਕਰਨੇ ਆਉਂਦੇ, ਜਿਨ੍ਹਾਂ ਨੂੰ ਪਹਾੜਾਂ 'ਤੇ ਬੈਠਣਾ ਆਉਂਦਾ ਸੀ। ਮਨ ਕੀ ਮੈਲ ਨਾ ਉਤਰੈ, ਇੱਦਾਂ ਨਹੀਂ ਉਹ ਮਨ ਦੀ ਮੈਲ ਉਤਰਨੀ। ਹਉਮੈ ਮੈਲ ਨਾ ਜਾਏ, ਹਉਮੈ ਦੀ ਮੈਲ ਤੇ ਜਾਂਦੀ ਨਹੀਂ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹਉਮੈ ਆ ਹੀ ਜਾਂਦੀ ਹੈ। ਮੈਂ ਇਹ ਕੰਮ ਕੀਤਾ, ਮੈਂ ਇਹ ਸੇਵਾ ਕਰਾਈ, ਮੈਂ ਇੰਨੀ ਬਾਣੀ ਪੜ੍ਹੀ। ਕਦੇ ਕਦੇ ਸਾਡੇ 'ਤੇ ਕੋਈ ਦੁੱਖ ਆ ਜਾਵੇ ਨਾ, ਬਿਪਤਾ ਆ ਜਾਵੇ, ਤਾਂ ਅਸੀਂ ਫਿਰ ਦੂਜੇ ਨੂੰ ਦੱਸਦੇ ਹਾਂ, ਮੈਂ ਤਾਂ ਇੰਨਾ ਸਮਾਂ ਹੋ ਗਿਆ ਗੁਰਦੁਆਰੇ ਜਾਂਦੇ ਨੂੰ, ਇੰਨਾ ਸਮਾਂ ਹੋ ਗਿਆ ਪਾਠ ਕਰਦੇ ਨੂੰ, ਮੇਰੇ 'ਤੇ ਵੇਖੋ ਆ ਦੁੱਖ ਆ ਗਿਆ। ਹਉਮੈ ਆ ਨਾ ਵੀ ਮੈਂ ਕੀਤੇ ਨੇ, ਹਉਮੈ ਜਾਂਦੀ ਨਹੀਂ ਹੈ। ਹਉਮੈ ਵਿੱਚ ਕੀਤਾ ਕਰਮ ਵੀ ਨਿਸਫਲ ਚਲੇ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਉਮੈ ਮੈਲ ਨਾ ਉਤਰੈ, ਹਉਮੈ ਦੀ ਮੈਲ ਫਿਰ ਵੀ ਨਹੀਂ ਜਾਂਦੀ। ਮਨ ਇਹੋ ਜਿਹਾ ਮੈਲਾ, ਹਾਂ ਹਾਂ ਕਰਤ ਫਿਰੇ ਸਭ ਲੋਕ, ਸਾਰੀ ਦੁਨੀਆ ਦੇ ਲੋਕ ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ, ਮੈਂ ਕਰਾਂਗਾ, ਬਸ ਇਹੋ ਕੁਝ ਹੀ ਕਰਦੇ ਲੰਘ ਗਈ ਜ਼ਿੰਦਗੀ। ਕਦੇ ਨਹੀਂ ਆਖਿਆ ਕਬੀਰ ਤੂੰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ, ਨਾ ਹੂੰ, ਹੂੰ ਤੋਂ ਭਾਵ ਮੈਂ ਤੋਂ ਭਾਵ ਹਉਮੈ। ਜੇ ਅਸੀਂ ਰੱਬ ਰੱਬ ਨੂੰ ਯਾਦ ਕਰਦੇ ਤਾਂ ਹੋ ਸਕਦਾ ਸਾਡੇ ਅੰਦਰ ਰੱਬ ਵਸ ਜਾਂਦਾ, ਪਰ ਅਸੀਂ ਤਾਂ ਹਮੇਸ਼ਾ ਮੈਂ ਹੀ ਕੀਤੀ ਹੈ, ਮੇਰੇ ਬਿਨਾਂ ਇਹ ਕੁਝ ਹੋ ਨਹੀਂ ਸਕਦਾ।
ਜਿੰਨਾ ਚਿਰ ਮੈਂ ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ। ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲਓ, ਸਾਨੂੰ ਅੰਦਰੋਂ ਕੁਝ ਪ੍ਰਾਪਤ ਨਹੀਂ, ਅੰਦਰੋਂ ਖਾਲੀ ਡੱਬੇ ਆ, ਅੰਦਰ ਸਾਡੇ ਕੁਝ ਨਹੀਂ ਪਿਆ, ਕਿਉਂਕਿ ਮਨ ਦੀ ਮੈਂ ਗਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਇਹ ਹਉਮੈ ਦੀ ਮੈਲ ਕੱਢਣੀ ਬੜੀ ਔਖੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗ ਹੀ ਜਾਂਦੀ ਆ ਕੇ। ਦੁਨੀਆ ਤੇ ਕਹਿੰਦੇ ਇੱਕ ਰਾਜਾ ਹੋਇਆ, ਨਾਮ ਸੀ ਹਰੀ ਚੰਦ। ਕਹਿੰਦੇ ਇੰਨਾ ਤਪ ਕੀਤਾ ਵੀ ਤਪ ਕਰਕੇ ਕਹਿਣ ਲੱਗਾ ਵੀ ਜਦੋਂ ਮੈਂ ਸਵਰਗਾਂ ਨੂੰ ਜਾਵਾਂ ਮੇਰਾ ਸਾਰਾ ਸ਼ਹਿਰ ਹੀ ਸਵਰਗਾਂ ਨੂੰ ਜਾਏ। ਵਰਤੇ ਲੈ ਲਿਆ, ਤਪ ਕਿੰਨਾ ਹੋਵੇਗਾ। ਵਿਦਵਾਨਾਂ ਨੇ ਲਿਖਿਆ ਜਦੋਂ ਸਵਰਗਾਂ ਵਿੱਚ ਪਹੁੰਚਿਆ ਨਾ ਆਪਣੇ ਸ਼ਹਿਰ ਦੇ ਸਮੇਤ, ਤੇ ਉਸ ਵੇਲੇ ਜਾਗ ਆਈ ਤੇ ਪੁੱਛਿਆ, ਕਹਿਣ ਲੱਗੇ ਖੋਤਾ ਹਿਣਕਿਆ, ਤੇ ਖੋਤੇ ਹਿਣਕਣ ਦੀ ਆਵਾਜ਼ ਨਾ ਕੰਨਾਂ ਵਿੱਚ ਪਈ ਤੇ ਪੁੱਛਦਾ ਵੀ ਆ ਕਿੱਥੇ ਹਿਣਕਿਆ, ਆਪਾਂ ਤਾਂ ਸਵਰਗਾਂ ਨੂੰ ਚੱਲੇ। ਤੇ ਕਿਸੇ ਵਜ਼ੀਰ ਨੇ ਆਖਿਆ ਜੀ ਆਪਣਾ ਸਾਰਾ ਸ਼ਹਿਰ ਤੇ ਸ਼ਹਿਰ ਵਿੱਚ ਜਿੰਨੇ ਕੁੱਤੇ ਬਿੱਲੇ ਸਨ, ਖੋਤੇ ਘੋੜੇ, ਸਭ ਤੁਹਾਡੇ ਨਾਲ ਹੀ ਸਵਰਗਾਂ ਨੂੰ ਆਉਂਦੇ ਪਏ। ਇੰਨੀ ਗੱਲ ਸੁਣ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਹੋਵੇਗਾ ਜਿਹੜਾ ਖੋਤਿਆਂ ਨੂੰ ਸਵਰਗਾਂ 'ਚ ਲਈ ਜਾਂਦਾ। ਹਉਮੈ ਆ ਗਈ ਨਾ, ਕੰਮ ਕਰ ਵੀ ਲਿਆ ਹਉਮੈ ਫਿਰ ਵੀ ਨਹੀਂ ਛੱਡਦੀ ਪਈ। ਕਹਿਣ ਲੱਗੇ ਸਵਰਗਾਂ ਦੀ ਪ੍ਰਾਪਤੀ ਉਸ ਰਾਜੇ ਨੂੰ ਨਹੀਂ ਹੋਈ, ਬਾਹਰ ਹੀ ਰਹਿ ਗਿਆ, ਹਉਮੈ ਆ ਗਈ। ਇਸ ਤਰ੍ਹਾਂ ਦੀ ਹਉਮੈ ਹੈ, ਤੂੰ ਕਿੰਨਾ ਵੀ ਤਪ ਕਰ ਲਾ, ਕਿੰਨਾ ਵੀ ਜਪ ਕਰ ਲਾ, ਪਰ ਫਿਰ ਵੀ ਹਉਮੈ ਮਨ ਵਿੱਚ ਡੇਰਾ ਲਾ ਲੈਂਦੀ ਹੈ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਨ ਸਤਿਗੁਰ ਕੀ ਸਰਣ ਆਏ। ਹੱਥ ਜੋੜ ਕੇ ਪੁੱਛਿਆ, ਮਹਾਰਾਜ ਕਿਰਪਾ ਕਰੋ, ਮੇਰ ਦੇ ਘਰ ਵਿੱਚ ਆਓ। ਅਸੀਂ ਤੇ ਨਹੀਂ ਕਰ ਸਕਦੇ ਸਿੱਧਾਂ ਵਾਲੇ ਆਸਨ, ਅਸੀਂ ਤੇ ਨਹੀਂ ਪਹਾੜਾਂ ਤੇ ਜਾ ਸਕਦੇ, ਅਸੀਂ ਤੇ ਸੇਵਾ ਸਿਮਰਨ ਕਰਾਂਗੇ, ਪਰ ਹਉਮੈ ਕਿਵੇਂ ਜਾਵੇਗੀ, ਤੁਸੀਂ ਕਿਰਪਾ ਕਰੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਵਿਣ ਸਤਿਗੁਰ ਕੀ ਸਰਣ ਆਏ। ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਸਿਰ ਨਹੀਂ ਨਾ ਝੁਕਾਉਂਦਾ, ਆ ਕੇ ਇਹ ਗੱਲ ਨਹੀਂ ਨਾ ਮੰਨਦਾ ਵੀ ਮੈਂ ਆਸਮਰੱਥ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮਾਲਕਾ ਤੇਰੇ ਦਰ ਤੇ ਆ ਕੇ ਝੁਕਿਆ, ਹੁਣ ਤੇਰੀ ਜ਼ਿੰਮੇਵਾਰੀ ਹੈ, ਮੈਨੂੰ ਕਿਸੇ ਬੰਨੇ ਲਾ ਦੇ, ਮੈਨੂੰ ਪਾਰ ਕਰ ਦੇ। ਵਿਣ ਸਤਿਗੁਰ ਕੀ ਸਰਨਾਏ, ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਪਾਤਸ਼ਾਹ ਕਹਿਣ ਲੱਗੇ ਇਸ ਮਨ ਕੋ, ਇਹ ਜਿਹੜਾ ਮਨ ਹੈ ਨਾ, ਇਹ ਹੋਰ ਕਿਸੇ ਸੰਜਮ ਦੇ ਨਾਲ, ਕਿਸੇ ਤਰੀਕੇ ਦੇ ਨਾਲ ਇਹ ਵਸ ਵਿੱਚ ਨਹੀਂ ਆਉਂਦਾ। ਸੰਜਮ ਤੋਂ ਭਾਵ ਹੁੰਦਾ ਸਾਧਨ, ਜਿੰਨੇ ਮਰਜ਼ੀ ਹੋਰ ਸਾਧਨ ਕਰ ਲਾ, ਯਤਨ ਕਰ ਲਾ, ਪਰ ਗੁਰੂ ਦੀ ਜਿੰਨਾ ਚਿਰ ਸ਼ਰਨ ਵਿੱਚ ਨਹੀਂ ਉਹ ਆਇਆ ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ ਹੈ। ਪ੍ਰਾਪਤੀ ਉਦੋਂ ਹੈ ਜਦੋਂ ਗੁਰੂ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਸਮਰਪਣ ਕਰੇਗਾ ਵੀ ਹਾਂ ਮੈਂ ਗੁਰੂ ਦੇ ਅੱਗੇ ਝੁਕ ਗਿਆ ਤੇ ਗੁਰੂ ਦੇ ਕਹੇ ਮੁਤਾਬਕ ਚੱਲਾਂਗਾ। ਜਦੋਂ ਮਨ ਮਾਰੇਗਾ ਨਾ ਗੁਰੂ ਦੀ ਆਗਿਆ ਵਿੱਚ, ਉਦੋਂ ਪ੍ਰਾਪਤੀ ਹੋਣੀ। ਜੇ ਮਨ ਦੀ ਮਰਜ਼ੀ ਵੀ ਮੰਨੀ ਹੈ, ਗੁਰੂ ਵੀ ਮੰਨਿਆ, ਪਰ ਦੋ ਬੰਨੇ ਬੇੜੀ ਤੇ ਪੈਰ ਰੱਖ ਕੇ ਨਹੀਂ ਉਤਰਿਆ ਜਾਣਾ। ਜਾਂ ਤੇ ਗੁਰੂ ਦੀ ਮਨ ਤੇ ਮਨ ਦੀ ਛੱਡ, ਜਾਂ ਫਿਰ ਮਨ ਦੀ ਮੰਨਦਾ ਪਿਆ, ਫਿਰ ਗੁਰੂ ਦਾ ਤੇਰੇ ਤੇ ਅਸਰ ਕੋਈ ਨਹੀਂ ਹੈ। ਇਸ ਕਰਕੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪਏ ਨੇ ਉਹ ਸੰਜਮ ਸਾਧਨ ਉਹਨਾਂ ਦੇ ਕੀਤੇ ਸਫਲੇ ਹਨ। ਸਤਿਗੁਰ ਮਿਲੈ ਉਲਟੀ ਭਈ, ਕਹਿਣਾ ਕਿਛੂ ਨਾ ਜਾਏ। ਗੁਰੂ ਨੂੰ ਮਿਲਦੇ ਆ ਫਿਰ ਉਲਟੀ ਪਈ। ਜਿਹੜੇ ਸਾਡੇ ਤੋਂ ਪਹਿਲਾਂ ਗੁਰੂ ਨਾਲ ਮਿਲੇ ਨੇ ਉਹਨਾਂ ਦੀ ਬਿਰਤੀ ਸੰਸਾਰ ਵੱਲੋਂ ਉਲਟ ਗਈ ਹੈ, ਬਦਲ ਗਈ ਹੈ। ਅਸੀਂ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਨੂੰ ਵੇਖਦੇ ਹਾਂ, ਉਹ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨੂੰ ਦੇਖਦੇ ਨੇ। ਤਾਂ ਹੀ ਉਹਨਾਂ ਨੇ ਬਚਨ ਆਖਿਆ ਨਾ, ਸਭੈ ਘਟ ਰਾਮ ਬੋਲੇ, ਘਟ ਘਟ ਮੈਂ ਹਰ ਜੂ ਬਸੈ। ਸਾਡੀ ਤੇ ਉਹਨਾਂ ਦੀ ਬਿਰਤੀ ਦਾ ਫਰਕ ਇਹ ਆ ਵੀ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਕੇਵਲ ਸੰਸਾਰ ਹੀ ਦਿਸਦਾ, ਸੰਸਾਰ ਵਿੱਚ ਨਿਰੰਕਾਰ ਨਹੀਂ ਦਿਸਦਾ। ਰੱਬ ਦਿਆਂ ਭਗਤਾਂ ਦੀ ਬਿਰਤੀ ਇਹੋ ਜਿਹੀ ਉਲਟ ਹੋ ਗਈ ਹੈ, ਉਹਨਾਂ ਨੂੰ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਵਿੱਚ ਵੀ ਨਿਰੰਕਾਰ ਦਿਸਦਾ ਪਿਆ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਹੈ ਬਿਰਤੀ ਉਲਟਾਉਣੀ। ਜਿਵੇਂ ਸੁਨਿਆਰਾ ਹੈ ਨਾ, ਸੁਨਿਆਰੇ ਦੇ ਸਾਹਮਣੇ ਗਹਿਣਾ ਰੱਖਿਆ, ਸਾਡੇ ਵਾਸਤੇ ਉਹ ਗਹਿਣਾ ਹੋ ਸਕਦਾ ਵੀ ਇਹ ਮੁੰਦਰੀ ਹੈ, ਛਾਪ, ਇਹ ਕੰਨਾਂ ਵਿੱਚ ਪਾਉਣ ਵਾਲੇ ਕੋਈ ਕੈਂਟੇ ਨੇ, ਕੋਈ ਇਸੇ ਤਰ੍ਹਾਂ ਹੋਰ ਕੋਈ ਗਹਿਣਾ ਹੋ ਸਕਦਾ, ਕੜਾ ਕੰਗਣ ਹੈ, ਪਰ ਸੁਨਿਆਰੇ ਦੇ ਸਾਹਮਣੇ ਕੇਵਲ ਉਹ ਸੋਨਾ ਗਹਿਣਾ ਨਹੀਂ। ਇਸੇ ਤਰ੍ਹਾਂ ਅਸੀਂ ਸੰਸਾਰ ਦੇ ਲੋਕਾਂ ਨੂੰ ਵੇਖਦੇ ਹਾਂ, ਸਾਡੇ ਵਾਸਤੇ ਰਿਸ਼ਤਾ ਹੈ, ਮਾਂ ਬਾਪ, ਭੈਣ ਭਰਾ, ਚਾਚਾ ਤਾਇਆ, ਨਾਨਕੇ ਦਾਦਕੇ,
ਪਰ ਰੱਬ ਦੇ ਪਿਆਰਿਆਂ ਦੇ ਅੱਗੇ ਕੋਈ ਰਿਸ਼ਤਾ ਨਹੀਂ ਹੈ, ਉਹ ਸਾਰਿਆਂ ਦੇ ਵਿੱਚ ਰੱਬ ਨੂੰ ਹੀ ਦੇਖਦੇ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਸਤਿਗੁਰ ਮਿਲਿਆ ਉਲਟੀ ਭਈ। ਜਿਹੜੇ ਗੁਰੂ ਨੂੰ ਮਿਲੇ ਨੇ ਉਹਨਾਂ ਗੁਰਮੁਖਾਂ ਦੀ ਬਿਰਤੀ ਸੰਸਾਰ ਵੱਲੋਂ ਉਲਟ ਗਈ ਹੈ, ਨਿਰੰਕਾਰ ਵੱਲ ਜੁੜ ਗਈ ਹੈ। ਤੇ ਪਾਤਸ਼ਾਹ ਕਹਿਣ ਲੱਗੇ ਕਹਿਣਾ ਕਿਛੂ ਨਾ ਜਾਏ, ਉਹਨਾਂ ਗੁਰਮੁਖਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ, ਦੱਸੀ ਨਹੀਂ ਜਾ ਸਕਦੀ ਵੀ ਉਹ ਐਸੀ ਉਪਮਾ ਦੇ ਮਾਲਕ ਹਨ, ਐਸੀ ਉਹਨਾਂ ਦੇ ਉੱਪਰ ਕਿਰਪਾ ਹੁੰਦੀ ਹੈ। ਪੰਤ ਨਾਨਕ ਸਤਿਗੁਰ ਕੋ ਮਿਲਦੋ ਮਰੈ, ਗੁਰ ਕੇ ਸ਼ਬਦ ਫਿਰ ਜੀਵਾ ਕੋਏ। ਉਹਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਫਿਰ ਸਾਡੇ ਤੇ ਵੀ ਕਿਰਪਾ ਕਰੋ ਵੀ ਸੰਸਾਰ ਵੱਲੋਂ ਬਿਰਤੀ ਕਿਵੇਂ ਉਲਟਦੀ ਹੈ, ਨਿਰੰਕਾਰ ਵੱਲ ਕਿਵੇਂ ਜੁੜਦੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਣਤ ਨਾਨਕ, ਭਣਤ ਤੋਂ ਭਾਵ ਹੁੰਦਾ ਉਚਾਰਨ ਕਰਨਾ। ਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ। ਕਹਿਣ ਲੱਗੇ ਸਤਿਗੁਰ ਕੋ ਮਿਲਦੋ ਮਰੈ, ਪਹਿਲਾਂ ਗੁਰੂ ਨੂੰ ਮਿਲ, ਗੁਰੂ ਨੂੰ ਮਿਲ ਕੇ ਆਪਣੇ ਮਨ ਨੂੰ ਮਾਰ। ਗੁਰ ਕਹਿਆ ਸਾਕਾਰ ਕਮਾਵੋ। ਜਦੋਂ ਮਨ ਨੂੰ ਮਾਰੇਗਾ ਤੇ ਫਿਰ ਗੁਰੂ ਦੇ ਬਚਨ ਦੇ ਉੱਪਰ ਭਰੋਸਾ ਰੱਖ, ਤੇ ਭਰੋਸੇ ਦੇ ਉੱਪਰ ਜਦੋਂ ਚੱਲੇਗਾ ਫਿਰ ਇਹ ਮਨ ਸੰਸਾਰ ਵੱਲੋਂ ਮਰਨਾ। ਪਹਿਲਾਂ ਗੁਰੂ ਨੂੰ ਮੰਨ, ਫਿਰ ਗੁਰੂ ਦੀ ਕਈ ਗੱਲ ਮੰਨ, ਫਿਰ ਉਸ ਗੱਲ ਦੇ ਉੱਪਰ ਭਰੋਸਾ ਰੱਖ ਵੀ ਜੋ ਗੁਰੂ ਨੇ ਕਿਹਾ ਨਾ ਹੋ ਕੇ ਰਹੇਗਾ, ਇਹ ਹੋਣਾ ਹੈ। ਤੇ ਜਦੋਂ ਗੁਰੂ ਦੀ ਗੱਲ ਤੇ ਭਰੋਸਾ ਰੱਖ ਕੇ ਚੱਲੇਗਾ, ਮਹਾਰਾਜ ਕਹਿਣ ਲੱਗੇ ਫਿਰ ਇਹ ਮਨ ਨੇ ਤਾਂ ਮਰਨਾ ਹੈ। ਗੁਰ ਕੈ ਸ਼ਬਦ ਫਿਰ ਜੀਵੈ ਕੋਏ, ਫਿਰ ਗੁਰੂ ਦੇ ਸ਼ਬਦ ਵਿੱਚ ਤੇਰਾ ਜਿਉਣਾ ਹੋਵੇਗਾ। ਤੇ ਫਿਰ ਇਹੋ ਜਿਹਾ ਜਿਉਣਾ ਹੋਵੇਗਾ ਮੁੜ ਕੇ ਵਾਰ-ਵਾਰ ਮਰਨਾ ਨਹੀਂ ਪਵੇਗਾ। ਹੁਣ ਤੇ ਅਸੀਂ ਮਰਦੇ ਹਾਂ ਨਾ, ਫਿਰ ਜਨਮ ਲੈ ਕੇ ਆ ਗਏ, ਫਿਰ ਮਰ ਗਏ। ਫਿਰ ਇਹੋ ਜਿਹਾ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਮਾਰੇਗਾ, ਦੁਬਾਰਾ ਮਰਨਾ ਨਹੀਂ ਪਵੇਗਾ, ਅਮਰ ਹੋ ਜਾਏਗਾ। ਦੁਬਾਰਾ ਦੁਨੀਆ ਤੇ ਆਏਗਾ ਨਹੀਂ। ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਇਹ ਦਾਤ ਮਿਲੇਗੀ, ਪਰ ਮਿਲੇਗੀ ਉਸ ਵੇਲੇ ਜਦੋਂ ਗੁਰੂ ਨੂੰ ਆਪਣਾ ਆਪ ਭੇਟ ਕਰ ਦੇਵੇਂਗਾ। ਬਖਸ਼ਦੇ ਹਨ ਮਮਤਾ ਕੀ ਮਾਲ ਉਤਰੈ, ਇਹੋ ਮਨ ਹਛਾ ਹੋਏ। ਪਾਤਸ਼ਾਹ ਕਹਿਣ ਲੱਗੇ ਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਮਮਤਾ ਦੀ ਮੈਲ ਲੈ ਜਾਏਗੀ। ਮਮਤਾ ਕੀ ਹੈ? ਮੋਹ। ਹੁਣ ਸਾਨੂੰ ਮੋਹ ਹੀ ਬੰਨ੍ਹ ਕੇ ਬੈਠਾ ਨਾ, ਇਹ ਮੇਰਾ ਪੁੱਤਰ ਹੈ, ਧੀ ਹੈ, ਇਹ ਪੋਤਰਾ ਹੈ, ਦੋਤਰਾ ਹੈ, ਸਹੁਰੇ ਨੇ, ਨਾਨਕੇ ਨੇ, ਦਾਦਕੇ ਨੇ। ਉਹ ਮੋਹ ਹੈ, ਤੇ ਮੋਹ ਦੀ ਮੈਲ ਨੂੰ ਕੇਵਲ ਗੁਰੂ ਉਤਾਰ ਸਕਦਾ। ਅਸੀਂ ਸੰਸਾਰੀ ਲੋਕ ਹਾਂ, ਸੰਸਾਰੀ ਬਿਰਤੀ ਹੈ, ਪਰ ਗੁਰੂ ਨਿਰੰਕਾਰ ਹੈ, ਉਹਨੂੰ ਮੋਹ ਨਹੀਂ ਹੈ। ਜੇ ਮੋਹ ਹੁੰਦਾ ਤੇ ਗੁਰਤਾ ਗੱਦੀ ਤੇ ਬਾਬਾ ਸ਼੍ਰੀ ਚੰਦ ਬੈਠੇ ਹੁੰਦੇ, ਨਾ ਕਿ ਗੁਰੂ ਅੰਗਦ ਸਾਹਿਬ। ਜੇ ਗੁਰੂ ਉੱਪਰ ਮੋਹ ਭਾਰੀ ਹੁੰਦਾ ਨਾ ਤੇ ਗੁਰਤਾ ਗੱਦੀ ਦੇ ਉੱਪਰ ਬਾਬਾ ਦਾਤੂ ਦਾਸੂ ਹੁੰਦੇ, ਗੁਰੂ ਅਮਰਦਾਸ ਨਾ ਹੁੰਦੇ। ਜੇ ਮੋਹ ਭਾਰੀ ਹੁੰਦਾ ਤੇ ਗੁਰਤਾ ਗੱਦੀ ਤੇ ਬਾਬਾ ਮੋਹਨ ਬੈਠੇ ਹੁੰਦੇ, ਗੁਰੂ ਰਾਮਦਾਸ ਨਾ ਹੁੰਦੇ।